सतनाम श्री वाहिगुरु साहिब जी। कोई जन हर स्यों देवै जोर, चरण गहूँ बकूँ शुभ रसना। दीजै प्राण अकोर, मन तन निर्मल करत क्यारो। हर सिंचै सुधा संजोर, या रस में मगन होत कृपा ते। महा बिख्याते तोर, आयो शरण दीन दुख भंजन। चितवा तुमरी ओर, अपै पद दान सिमरन स्वामी को। हर नानक बंदन छोर, जो हमरी बिद होती मेरे सतगुरा। सा बिद तुम हर जान हो आपे। हम रुलते फिरते कोई बात न पूछता। गुर सतगुर संग कीरे हम थापे। धन धन गुरु नानक जन केरा, जित मिलिया चूके सब सोग संतापे। वाहिगुरु जी का खालसा, वाहिगुरु जी की फतेह। परम सत्कार योग गुरु रूप गुरु खालसा साध संगत। आपा सब बहुत बड़े भागा वाले हाँ, जिन्हां नूं राजान राज पानान पान देवान देव उपमा महान। सतगुरु साहिब श्री गुरु ग्रंथ साहिब महाराज जी दे पावन पवित्र निੱਘੀ ਵਾਰਗਾਹ ਵਿੱਚ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਾਧ ਸੰਗਤ ਬੜੇ ਆਨੰਦ ਦੇ ਨਾਲ ਆਪਾਂ 3 ਦਿਨਾਂ ਤੋਂ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਲਾਹਾ ਲੈ ਰਹੇ ਹਾਂ। ਇਹ ਆਪਣੇ ਵੱਡੇ ਭਾਗਾਂ ਦੀਆਂ ਨਿਸ਼ਾਨੀਆਂ ਹਨ। ਨਹੀਂ ਤਾਂ ਇਸ ਘੋਰ ਕਲੂਕਾਲ ਦੇ ਸਮੇਂ ਦੇ ਵਿੱਚ ਇਸ ਜੀਵ ਦੇ ਪਾਸ ਸਮਾਂ ਹੀ ਨਹੀਂ ਹੈਗਾ ਕਿ ਇਹ ਵਾਹਿਗੁਰੂ ਜੀ ਦੀ ਮਹਿਮਾ ਕਰ ਸਕੇ, ਵਡਿਆਈ ਕਰ ਸਕੇ। ਸੰਸਾਰੀ ਪਦਾਰਥ ਮਿਲ ਜਾਵਣ, ਸੰਸਾਰੀ ਪਦਾਰਥਾਂ ਦੇ ਨਾਲ ਮੋਹ ਹੋ ਜਾਵੇ, ਸੰਸਾਰੀ ਵਸਤੂਆਂ ਹੀ ਮੰਗਦੇ ਰਹਿਣਾ, ਇਹ ਇਸ ਜੀਵ ਦਾ ਇਹੀ ਯਥਾਰਥ ਬਣ ਚੁੱਕਿਆ ਹੈ ਭਾਈ। ਕਦੇ ਮਨ ਵਿੱਚ ਸੋਚਦਾ ਹੀ ਨਹੀਂ ਕਿ ਐ ਮਨਾ ਪ੍ਰਾਨੀ ਤੂੰ ਆਇਆ ਲਾਹਾ ਲੈਣ। ਸੰਗਤ ਜ਼ਿਆਦਾ ਹੈ, ਇਸ ਕਰਕੇ ਅਸੀਂ ਬੇਨਤੀ ਕਰਾਂਗੇ ਸ਼ਾਂਤੀ ਬਣਾਉਣ ਦਾ ਪ੍ਰਯਤਨ ਕਰੋ। ਪਿਛਲੇ ਦਿਨਾਂ ਤੋਂ ਆਪਾਂ ਬੜੇ ਆਨੰਦ ਦੇ ਨਾਲ ਲਾਹਾ ਲੈ ਰਹੇ ਹਾਂ। ਇਹ ਨਾ ਹੋਵੇ ਕਿ ਜਿੱਦਣ ਆਪਣਾ ਰਿਜ਼ਲਟ ਨਿਕਲਣ ਦਾ ਟਾਈਮ ਆਇਆ, ਆਪਾਂ ਨੂੰ ਸ਼ਾਬਾਸ਼ ਮਿਲਣ ਦਾ ਟਾਈਮ ਆਇਆ, ਆਪਾਂ ਗੱਲਾਂ ਬਾਤਾਂ ਦੇ ਵਿੱਚ ਹੀ ਸਮਾਂ ਗੁਜ਼ਾਰ ਲਈਏ ਜਾਂ ਅਸੀਂ ਰੌਲੇ ਦੇ ਵਿੱਚ ਹੀ ਸਮਾਂ ਲੰਘਾ ਲਈਏ। ਇਸ ਤਰ੍ਹਾਂ ਨਾ ਹੋਵੇ। ਜਿਵੇਂ ਤੁਸੀਂ ਹੁਣ ਤੱਕ ਲਾਹਾ ਪ੍ਰਾਪਤ ਕੀਤਾ, ਅਸੀਂ ਰਿਕੁਐਸਟ ਕਰਦੇ ਹਾਂ ਕਿਰਪਾ ਕਰਕੇ ਇਸੇ ਤਰ੍ਹਾਂ ਪੂਰਨ ਤੌਰ ਤੇ
ਆਪ ਜੀ ਲਾਹਾ ਲੈਣ ਦੀ ਕਿਰਪਾਲਤਾ ਕਰੋ ਤਾਂ ਕਿ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਪਾਤਰ ਬਣ ਸਕੀਏ, ਸਤਿਗੁਰਾਂ ਦੇ ਚਰਨਾਂ ਦੇ ਭੌਰੇ ਅਤੇ ਦਾਸ ਬਣ ਸਕੀਏ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਸੋ ਜਿੰਨਾ ਕੁ ਸਮਾਂ ਆਪਣੇ ਪਾਸ ਬਚਿਆ ਅਸੀਂ ਅਨਾਉਂਸਮੈਂਟਾਂ ਕਰਦੇ ਹੀ ਨਾ ਰਹਿ ਜਾਈਏ। ਤੁਸੀਂ ਸਾਧ ਸੰਗਤ ਜੀ ਗੱਲਾਂ ਜਾਂ ਰੌਲੇ ਦੇ ਵਿੱਚ ਹੀ ਨਾ ਇਹ ਟਾਈਮ ਲੰਘਾ ਦਿਓ, ਸਗੋਂ ਇਸ ਟਾਈਮ ਤੋਂ ਪੂਰਾ ਲਾਹਾ ਪ੍ਰਾਪਤ ਕਰ ਲਈਏ। ਇਹ ਸਾਡੀ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਪੁਰਜੋਰ ਬੇਨਤੀ ਹੈ। ਸੋ ਅਸੀਂ ਕਹਿ ਰਹੇ ਸਾਂ, ਪ੍ਰਾਨੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੁਕ ਫਕੜੇ ਸਭ ਮੁਕਦੀ ਚੱਲੀ ਰਹਿਣ। ਜਦੋਂ ਸਾਨੂੰ ਮਨੁੱਖਾ ਜਨਮ ਦੀ ਪ੍ਰਾਪਤੀ ਹੋ ਗਈ ਹੈ, ਇਸ ਨੂੰ ਸਫਲਿਆਂ ਕਿੱਦਾਂ ਕਰਨਾ ਹੈ, ਇਸ ਦਾ ਲਾਹਾ ਪ੍ਰਾਪਤ ਕਿੱਦਾਂ ਕਰਨਾ ਹੈ, ਇਧਰ ਵੀ ਜਰਾ ਕੁ ਜਿੰਨਾ ਧਿਆਨ ਦੇਣ ਦੀ ਜ਼ਰੂਰਤ ਹੈ। ਜੇ ਅਸੀਂ ਧਿਆਨ ਹੀ ਨਹੀਂ ਦੇਵਾਂਗੇ ਫਿਰ ਅਸੀਂ ਆਪਣਾ ਜੀਵਨ ਸਫਲਾ ਕਿਵੇਂ ਕਰ ਸਕਾਂਗੇ ਭਾਈ? ਕਿਉਂਕਿ ਸੰਸਾਰੀ ਮੋਹ ਮਾਇਆ ਐਸੀ ਹੈ, ਜਨਮ ਲੈਣ ਤੋਂ ਸੰਸਾਰ ਤੋਂ ਜਾਣ ਤੱਕ ਕਦੇ ਵੀ ਇਹ ਜੀਵ ਵਾਹਿਗੁਰੂ ਕਹਿ ਕੇ ਰਾਜੀ ਨਹੀਂ ਹੈ, ਕਦੇ ਵੀ ਨਾਮ ਜਪ ਕੇ ਰਾਜੀ ਨਹੀਂ ਹੈ। ਜਦੋਂ ਵੀ ਪ੍ਰਯਤਨ ਕਰਦਾ ਵਸਤੂਆਂ ਮੰਗਣ ਦਾ ਹੀ ਪ੍ਰਯਤਨ ਕਰਦਾ ਹੈ, ਪਾਪ ਕਰਮਾਂ ਦੇ ਵਿੱਚ ਖਚਤ ਰਹਿੰਦਾ ਹੈ, ਦੁਖੀ ਜੀਵਨ ਬਤੀਤ ਕਰਦਾ ਹੈ। ਜਿੰਨੀ ਦੇਰ ਤੱਕ ਅਸੀਂ ਨਾਮ ਨਾਲ ਨਹੀਂ ਜੁੜਦੇ ਅਸੀਂ ਸੁਖੀ ਕਿੱਦਾਂ ਹੋ ਸਕਦੇ ਹਾਂ? ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ, ਅਸੀਂ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਈਏ, ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜ ਜਾਈਏ, ਵਾਹਿਗੁਰੂ ਜੀ ਦੀ ਆਗਿਆ ਦੇ ਵਿੱਚ ਚੱਲ ਪਈਏ ਤਾਂ ਸਮਝੋ ਕਿ ਸਾਡਾ ਲੋਕ ਪ੍ਰਲੋਕ ਸਵਰ ਸਕਦਾ ਹੈ। ਜੇ ਅਸੀਂ ਸਾਧ ਸੰਗਤ ਜੀ ਵਿਸ਼ੇ ਰਸ ਦੇ ਵਿੱਚ ਹੀ ਰਵਾਂਗੇ, ਪਾਪ ਕਰਮਾਂ ਦੇ ਵਿੱਚ ਹੀ ਰਵਾਂਗੇ, ਲੜਾਈ ਝਗੜੇ ਵਿੱਚ ਹੀ ਰਵਾਂਗੇ, ਫਿਰ ਅਸੀਂ ਆਪਣਾ ਆਇਆ ਸਫਲਾ ਕਿਵੇਂ ਕਰ ਸਕਦੇ ਹਾਂ? ਭਾਵ ਨਹੀਂ ਕਰ ਪਾਵਾਂਗੇ। ਸੋ ਸਾਧ ਸੰਗਤ ਆਪਾਂ ਨੂੰ ਵਾਹਿਗੁਰੂ ਜੀ ਨੇ ਟਾਈਮ ਦਿੱਤਾ ਹੈ। ਰੋਲੂ ਮਾਜਰਾ ਦੀਆਂ ਸੰਗਤਾਂ ਨੇ, ਅਸੀਂ ਕੱਲ ਵੀ ਕਹਿ ਰਹੇ ਸਾਂ, ਪਰਸੋਂ ਦੇ ਦੀਵਾਨ 'ਚ ਵੀ ਇਹ ਬੇਨਤੀ ਸੀ, ਸਾਨੂੰ ਬਹੁਤ ਆਨੰਦ ਆਇਆ ਆਪ ਸੰਗਤਾਂ ਦੀ ਸੇਵਾ ਕਰਕੇ। ਆਪ ਸੰਗਤਾਂ ਨੇ ਬੜੇ ਪ੍ਰੇਮ ਨਾਲ ਸਰਵਣ ਕੀਤਾ, ਮਿਲ ਵਰਤਣ ਦੇ ਕਰਕੇ ਸਾਧ ਸੰਗਤ ਜੀ ਪਰਿਵਾਰ ਦੀ ਸਹਾਇਤਾ ਕੀਤੀ ਹੈ ਤਾਂ ਕਿ ਆਪਾਂ ਰਲ ਮਿਲ ਕੇ ਸਤਿਗੁਰੂ ਆਪਣੀ ਅਲਾਹੀ ਬਾਣੀ, ਦਰਗਾਹੀ ਬਾਣੀ ਜੋ ਸਾਨੂੰ ਬਖਸ਼ ਰਹੇ ਹਨ, ਜਿਸ ਦੀ ਵਿਆਖਿਆ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਹੈ, ਇਹ ਬਾਣੀ ਜੋ ਕਿ ਸਾਧ ਸੰਗਤ ਭਗਤ ਕਬੀਰ ਜੀ ਦੀ ਬਾਣੀ ਤੋਂ ਪਹਿਲਾਂ ਹੀ ਆ ਜਾਂਦੀ ਹੈ। ਭੋਗ ਵਾਲੇ ਦਿਨ ਉਸ ਵੇਲੇ ਬਹੁਤੀ ਸੰਗਤ ਹਜੇ ਆਰਾਮ ਦੇ ਵਿੱਚ ਹੀ ਹੋਇਆ ਕਰਦੀ ਹੈ, ਉਹਦੇ ਬਾਣੀ ਸੁਣੀ ਨਹੀਂ ਜਾਂਦੀ। ਬਹੁਤੀਆਂ ਸੰਗਤਾਂ ਦੀ ਬੇਨਤੀ ਕਰਨ ਤੇ ਅਸੀਂ ਸ਼ਲੋਕ ਸਹਿਸਕ੍ਰਿਤੀ ਬਾਣੀ ਦੀ ਵਿਆਖਿਆ ਪਰ ਆਰੰਭ ਕੀਤੀ ਹੋਈ ਹੈ। ਸੋ ਆਪਾਂ ਨੇ ਕੱਲ ਦੇ ਦੀਵਾਨ ਦੇ ਵਿੱਚ 19 ਸ਼ਲੋਕ ਸਹਿਸਕ੍ਰਿਤੀ ਬਾਣੀ ਦੇ ਵਿਚਾਰ ਲਏ ਹਨ। ਅੱਜ ਆਪਾਂ 20ਵੇਂ ਸ਼ਲੋਕ ਦੀ ਵਿਚਾਰ ਕਰ ਰਹੇ ਹਾਂ। ਮਨ ਚਿੱਤ ਬੁੱਧ ਨੂੰ ਇਕਾਗਰ ਕਰੋ, ਹੋਣ ਵਾਲੀ ਵਿਚਾਰ ਨੂੰ ਧਿਆਨ ਨਾਲ ਸਰਵਣ ਕਰੋ ਤਾਂ ਕਿ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਵਿੱਚ ਸਾਡੀ ਹਾਜ਼ਰੀ ਲੱਗ ਸਕੇ ਔਰ ਅਸੀਂ ਆਪਣੀਆਂ ਮਨੋਕਾਮਨਾਵਾਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਪੂਰੀਆਂ ਕਰ ਸਕੀਏ। ਭਾਈ ਇਹ ਮਹਾਨ ਵੱਡਾ ਉਪਰਾਲਾ ਸਾਡੇ ਬਹੁਤ ਪ੍ਰੇਮ ਵਾਲੇ ਢੰਡਾਰੀ ਤੋਂ ਪ੍ਰੇਮ ਸਿੰਘ ਜੀਆਂ ਨੇ ਕੀਤਾ ਹੈ। ਸਾਧ ਸੰਗਤ ਜੀ ਜੋ ਕਿ ਸਾਡੇ ਸਥਾਨ ਤੇ ਬੜੇ ਲੰਮੇ ਸਮੇਂ ਤੋਂ ਆ ਰਹੇ ਹਨ, ਉਹਨਾਂ ਦੇ ਮਨ ਦਾ ਸੰਕਲਪ ਸੀ ਕਿ ਇੱਥੇ ਵੀ ਰੋਲੂ ਮਾਜਰੇ ਦੇ ਵਿੱਚ ਵੀ ਚਰਨ ਪੈ ਜਾਣ ਸਤਿਗੁਰਾਂ ਦੇ ਔਰ ਪ੍ਰਵਚਨ ਸੁਣੇ ਸੁਣਾਏ ਜਾਣ। ਇਹ ਉਹਨਾਂ ਦਾ ਉਦਮ ਉਪਰਾਲਾ ਹੈ। ਅਸੀਂ ਧੰਨਵਾਦੀ ਹਾਂ ਉਹਨਾਂ ਦੇ। ਹੁਣ ਵੀ ਉਹ ਚਾਹੇ ਚਲੇ ਗਏ ਸਾਨੂੰ ਇੱਥੇ ਆਪ ਸੰਗਤਾਂ ਨੂੰ ਮਿਲਾ ਕੇ, ਪਰ ਉਹਨਾਂ ਦੀ ਅੰਤਰਾਤਮਾ ਇੱਥੇ ਹੀ ਹੈ। 2 ਵਜੇ ਸਾਨੂੰ ਫੋਨ ਆ ਗਿਆ ਸੀ ਅੰਮ੍ਰਿਤ ਵੇਲੇ ਉਹਨਾਂ ਦਾ। ਸੋ ਪੁੱਛ ਵੀ ਰਹੇ ਸਨ, ਅਸੀਂ ਦੱਸਿਆ ਕਿ ਸੰਗਤਾਂ ਨੇ ਅਥਾਹ ਵੱਡਾ ਪ੍ਰੇਮ ਬਖਸ਼ਿਆ ਹੈ।
ਬੜੇ ਪ੍ਰੇਮ ਦੇ ਨਾਲ ਸੇਵਾ ਚੱਲ ਰਹੀ ਹੈ। ਸੰਗਤਾਂ ਗੁਰਬਾਣੀ ਸੁਣ ਰਹੀਆਂ ਹਨ, ਕਥਾ ਵਿਚਾਰਾਂ ਸੁਣ ਕੇ ਲਾਹਾ ਪ੍ਰਾਪਤ ਕਰ ਰਹੀਆਂ ਹਨ। ਸੋ ਸਾਧ ਸੰਗਤ ਜਿਤਨਾ ਕੁ ਸਮਾਂ ਆਪਣੇ ਪਾਸ ਬਚਿਆ ਹੈ, ਆਪਾਂ ਇਹਦੇ ਤੋਂ ਪੂਰਾ ਲਾਹਾ ਲੈਣਾ ਹੈ। 20ਵਾਂ ਸ਼ਲੋਕ ਹੈ ਸਹਿਸਕ੍ਰਿਤੀ ਬਾਣੀ ਦਾ। ਸਤਿਗੁਰੂ ਕੀ ਫਰਮਾਨ ਕਰਦੇ ਹਨ। ਪਾਛੰ ਕ੍ਰੋਧ ਅਗਰਣੀ ਵਖੈ, ਨਿਰਾਸੰ ਆਸ ਪੂਰਨ ਹੈ। ਜਿਹੜੇ ਪ੍ਰੇਮੀ ਜਨ ਵਾਹਿਗੁਰੂ ਜੀ ਦੇ ਪਿੱਛੇ ਪਿੱਛੇ ਚੱਲਦੇ ਹਨ, ਜਿਹੜੇ ਪ੍ਰੇਮੀ ਜਨ ਆਗਿਆ ਵਿੱਚ ਚੱਲਦੇ ਹਨ, ਰਜ਼ਾ ਦੇ ਵਿੱਚ ਚੱਲਦੇ ਹਨ, ਪਾਛੰ ਕ੍ਰੋਧ ਅਗਰਣੀ ਵਖੈ, ਜਿਹੜੇ ਮਗਰ ਤੁਰਨ ਵਾਲੇ ਹੁੰਦੇ ਹਨ, ਰਜ਼ਾ 'ਚ ਆਗਿਆ 'ਚ ਜਦੋਂ ਕਿਤੇ ਵਾਹਿਗੁਰੂ ਜੀ ਦੀ ਨਿਗਾਹ ਦੇ ਵਿੱਚ ਆ ਜਾਣ, ਪਰਮੇਸ਼ਰ ਉਹਨਾਂ ਨੂੰ ਆਗੂ ਬਣਾ ਦਿਆ ਕਰਦੇ ਹਨ, ਅੱਗੇ ਲਗਾ ਦਿਆ ਕਰਦੇ ਹਨ, ਮੁਖੀ ਬਣਾ ਦਿਆ ਕਰਦੇ ਹਨ, ਸ਼੍ਰੋਮਣੀ ਬਣਾ ਦਿਆ ਕਰਦੇ ਹਨ। ਪਾਛੰ ਕ੍ਰੋਧ, ਜਿਹੜੇ ਪਿੱਛੇ ਪਿੱਛੇ ਚੱਲਣ ਵਾਲੇ ਨੇ, ਆਨੰਦ ਵਿੱਚ ਚੱਲਣ ਵਾਲੇ ਨੇ, ਰਜ਼ਾ ਵਿੱਚ ਚੱਲਣ ਵਾਲੇ ਹਨ। ਜਦੋਂ ਸਤਿਗੁਰਾਂ ਦੀ ਮਿਹਰ ਹੁੰਦੀ ਹੈ, ਪਿੱਛੇ ਚੱਲਣ ਵਾਲੇ ਸ੍ਰੇਸ਼ਟ ਹੋ ਜਾਂਦੇ ਹਨ, ਮੁਖੀ ਹੋ ਜਾਂਦੇ ਹਨ। ਨਿਰਾਸੰ ਆਸ ਪੂਰਨ ਹੈ, ਜਿਹੜੇ ਵਿਚਾਰੇ ਨਿਰਾਸ਼ ਹੋ ਗਏ, ਕਿਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਤੁਸੀਂ ਭਾਈ ਠੀਕ ਨਹੀਂ ਹੋ ਸਕਦੇ, ਤੁਸੀਂ ਬਸ ਘਰੇ ਹੀ ਬੈਠੋ। ਨਿਰਾਸ਼ਤਾ ਆ ਗਈ ਨਾ। ਸੁਣੋ ਜਰਾ ਧਿਆਨ ਨਾਲ, ਤੁਸੀਂ ਗੱਲਾਂ ਨਾ ਕਰੋ। ਇਹ ਬਚਨ ਸੁਣਨ ਦੇ ਨਾਲ ਹੀ ਜੀਵਨ ਸਫਲਾ ਹੋਇਆ ਕਰਦਾ ਹੈ। ਤੁਸੀਂ ਬੈਠੋ ਭਾਈ ਘਰੇ ਹੀ, ਤੁਸੀਂ ਤਾਂ ਇਹ ਕਾਰਜ ਪੂਰਾ ਹੀ ਨਹੀਂ ਕਰ ਸਕਦੇ, ਤੁਸੀਂ ਸਰੀਰ ਨੂੰ ਦੇ ਅਰੋਗ ਨਹੀਂ ਕਰ ਸਕਦੇ, ਤੁਹਾਡਾ ਜੀਵਨ ਤਾਂ ਕਸ਼ਟਾਂ ਭਰਪੂਰ ਹੈ, ਇੱਥੇ ਡਾਕਟਰ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ਹੈ। ਜਦੋਂ ਇਸ ਤਰ੍ਹਾਂ ਦੇ ਨਾਲ ਬਚਨ ਆ ਜਾਵਣ ਤਾਂ ਸਾਧ ਸੰਗਤ ਸੱਚੇ ਪਾਤਸ਼ਾਹ ਕਹਿੰਦੇ ਨਿਰਾਸੰ ਆਸ ਪੂਰਨ ਹੈ। ਜਿਹੜੇ ਮਨ ਮਾਰ ਕੇ ਬੈਠ ਗਏ, ਉਹ ਮਨਾ ਪਤਾ ਨਹੀਂ ਸਾਡੀ ਇੱਛਾ ਪੂਰੀ ਹੋਣੀ ਹੈ ਕਿ ਨਹੀਂ, ਪਤਾ ਨਹੀਂ ਸਾਡੇ ਤੇ ਕਿਰਪਾ ਹੋਣੀ ਹੈ ਕਿ ਨਹੀਂ, ਪਤਾ ਨਹੀਂ ਅਸੀਂ ਠੀਕ ਹੋਣਾ ਹੈ ਕਿ ਨਹੀਂ। ਇਸ ਤਰ੍ਹਾਂ ਦੀਆਂ ਇੱਛਾ ਵੀ ਪੂਰੀਆਂ ਸਤਿਗੁਰੂ ਸੱਚੇ ਪਾਤਸ਼ਾਹ ਆਪ ਕਰਦੇ ਹਨ। ਸਾਧ ਸੰਗਤ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਚੰਬੇ ਨਗਰ ਦੇ ਰਹਿਣ ਵਾਲੀ ਮਾਈ ਸੁਲੱਖਣੀ ਆ ਗਈ। ਆ ਕਰਕੇ ਬੇਨਤੀਆਂ ਕਰਦੀ ਹੈ, ਹੇ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਕਿਰਪਾ ਕਰੋ, ਤੁਸੀਂ ਦਇਆ ਕਰੋ, ਤੁਸੀਂ ਰਹਿਮਤ ਕਰੋ, ਤੁਸੀਂ ਬਖਸ਼ਿਸ਼ ਕਰੋ। ਬੇਨਤੀਆਂ ਕਰਦੀ ਹੈ। ਮੇਰੇ ਘਰ ਔਲਾਦ ਨਹੀਂ ਹੈਗੀ। ਅਸੀਂ ਦੱਸ ਰਹੇ ਹਾਂ ਜਿਹੜੇ ਨਿਰਾਸ਼ਤਾ ਭਰਪੂਰ ਹੋ ਜਾਂਦੇ ਹਨ, ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੀਆਂ ਆਸਾਂ ਕਦੇ ਵੀ ਪੂਰੀਆਂ ਨਹੀਂ ਹੋਣੀਆਂ, ਉਹ ਫਿਰ ਬੇਨਤੀਆਂ ਕਰਦੇ ਹਨ। ਕੀ ਕਹਿੰਦੇ ਨੇ? ਮਹਾਰਾਜ ਕਿਰਪਾ ਕਰੋ, ਮੇਰੇ ਘਰ ਔਲਾਦ ਨਹੀਂ ਹੈ, ਕਿਰਪਾ ਕਰਕੇ ਪੁੱਤਰ ਦੀ ਦਾਤ ਦੇ ਦਿਓ, ਔਲਾਦ ਦੀ ਦਾਤ ਦੇ ਦਿਓ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਹਿਜ ਸੁਭਾਏ ਕਹਿੰਦੇ ਨੇ, ਭਾਈ ਔਲਾਦ ਤਾਂ ਤੇਰੇ ਕਰਮਾਂ 'ਚ ਲਿਖੀ ਹੋਈ ਨਹੀਂ ਹੈ, ਤੈਨੂੰ ਔਲਾਦ ਕਿੱਥੋਂ ਮਿਲਣੀ ਹੈ। ਨਿਰਾਸ਼ਤਾ ਮਨ ਵਿੱਚ ਆ ਗਈ, ਨਿਰਾਸ਼ ਮਨ ਹੋ ਗਿਆ। ਅਸਥਾਨ ਤੋਂ ਚੱਲ ਕੇ ਜਦੋਂ ਬਾਹਰ ਆ ਗਏ, ਰੋਂਦੇ ਹਨ, ਅੱਖਾਂ ਦੇ ਵਿੱਚੋਂ ਵੈਰਾਗ ਦਾ ਜਲ ਵਗਦਾ ਹੈ। ਰੱਬ ਦੇ ਪਿਆਰੇ ਭਾਈ ਗੁਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਸੇਵਾਦਾਰ ਅਨੰਦ ਪ੍ਰੇਮੀ ਜਨ ਵਿਦਿਆ ਮਾਰਤੰਡ ਕਹਿੰਦੇ, ਮਾਤਾ ਇਹ ਐਸਾ ਦੁਆਰਾ ਹੈ, ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਹ ਐਸਾ ਦੁਆਰਾ ਹੈ, ਇੱਥੇ ਕੋਈ ਨਿਰਾਸ਼ ਨਹੀਂ ਹੋ ਸਕਦਾ। ਹੰਕਾਰੀ ਬੰਦੇ ਦੇ ਚੋਟ ਬੜੀ ਪੈਂਦੀ, ਨਿਮਰਤਾ ਵਾਲੇ ਦੇ ਭੰਡਾਰੇ ਭਰਪੂਰ ਹੋ ਜਾਂਦੇ ਹੈ। ਤੂੰ ਰੋਂਦੀ ਰੋਂਦੀ ਬਾਹਰ ਨੂੰ ਜਾ ਰਹੀ ਹੈ। ਹੱਸ ਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ। ਕੀ ਗੱਲ, ਤੂੰ ਇੰਨੀ ਰੋਂਦੀ, ਇੰਨੀ ਬੈਰਾਗ ਵਿੱਚ ਕਿਉਂ ਹੈ? ਦੱਸ ਤੂੰ ਸਾਨੂੰ, ਤੇਰੇ ਮਨੋ ਦਸ਼ਾ ਇੰਨੀ ਵਿਹਵਲ ਕਿਉਂ ਹੋ ਚੁੱਕੀ ਹੈ? ਹੁਣ ਉਹ ਕਹਿੰਦੀ, ਮੈਂ ਕੀ ਦੱਸਾਂ ਆਪ ਜੀ ਨੂੰ, ਮੇਰੀ ਬੇਨਤੀ ਹੈ,
मैं एक इच्छा लै करके आई सां। मैं जदों बेनती बोल के दस दित्ती कि किरपा करके मैनू पुत्र दी दात दे दिओ, तां सच्चे पातशाह कहंदे तेरे कर्मां 'च ही नहीं लिखिया, तैनू पुत्र कित्थों मिलना, तैनू पुत्र किसने देना। जदों इस तरह दे नाल बचन कीता गया, ओहो भाई साहब पुछदे ने बीबा असीं तैनू पुछना चाहुंदे आ, तू किसी गुरमुख प्यारे दी संगत नहीं करदी, किसी महापुरुष दी, किसी रब रंगी रूह दी, किसी साधु जन संत जन दी संगत नहीं तू करदी। कहंदी इहदा की कारण? कहंदे जदों महाराज जी ने जवाब दे दिता सी, तू परत के कोई बेनती नहीं कीती, तू रिक्वेस्ट नहीं कीती सतगुरां दे चरणां 'च। कहंदी मैं तां रोण लग गई, मैं की रिक्वेस्ट करनी सी, मैं की बेनती करनी सी। बहुतियां संगतां साध संगत इसी तरह होया करदियां हन, ਜਿਹੜੀਆਂ ਕਿਸੇ ਦੀ ਸੰਗਤ नहीं करदियां, ਕਿਸੇ महापुरख विद्वान सज्जण ਦੀ संगत नहीं करदियां, ਉਹ ਸੰਗਤਾਂ ਇਸੇ ਤਰ੍ਹਾਂ ਫਿਰ ਵੈਰਾਗ ਕਰਦੀਆਂ ਹਨ, ਰੋਂਦੀਆਂ ਹਨ, ਦੁਖੀ ਹੁੰਦੀਆਂ ਹਨ, ਕਿਉਂਕਿ ਉਹਨਾਂ ਨੇ ਕਿਸੇ ਦੀ ਸੰਗਤ ਹੀ ਨਹੀਂ ਕੀਤੀ ਹੈ। ਉਹਨਾਂ ਨੂੰ ਪਤਾ ਹੀ ਨਹੀਂ ਪਰਤ ਕੇ ਬੇਨਤੀ ਕੀ ਕਰਨੀ ਹੈ। ਭਾਈ ਸਾਹਿਬ ਕਹਿਣ ਲੱਗੇ ਤੂੰ ਕੋਈ ਬੇਨਤੀ ਨਹੀਂ ਕੀਤੀ? ਕਹਿੰਦੀ ਨਾ ਮਹਾਰਾਜ ਮੈਂ ਕੀ ਬੇਨਤੀ ਕਰਨੀ ਸੀ। ਕਹਿੰਦੇ ਫਿਰ ਤੈਨੂੰ ਬੇਨਤੀ ਕਰਨ ਦਾ ਕੋਈ ਪਤਾ ਨਹੀਂ? ਕਹਿੰਦੇ ਜੀ ਹੁਣ ਤੁਸੀਂ ਮਿਲ ਗਏ, ਕਿਰਪਾ ਕਰਕੇ ਤੁਸੀਂ ਸਿਖਾ ਦਿਓ ਬੇਨਤੀ ਕੀ ਕਰਨੀ ਚਾਹੀਦੀ ਸੀ ਮੈਨੂੰ। ਕਹਿਣ ਲੱਗੇ ਦੇਖ ਬੀਬਾ, ਜਦੋਂ ਤੈਨੂੰ ਸਤਿਗੁਰਾਂ ਨੇ ਬਚਨ ਕਰ ਦਿੱਤਾ ਸੀ, ਕਹਿ ਦਿੱਤਾ ਸੀ ਸਤਿਗੁਰਾਂ ਨੇ ਤੈਨੂੰ ਕਿ ਤੇਰੇ ਕਰਮਾਂ ਦੇ ਵਿੱਚ ਔਲਾਦ ਲਿਖਿਓ ਨਹੀਂ ਹੈ, ਤਾਂ ਤੂੰ ਉਸ ਵੇਲੇ ਇਹ ਬੇਨਤੀ ਕਿਉਂ ਨਹੀਂ ਕੀਤੀ ਵੀ ਉੱਥੇ ਲਿਖਣ ਵਾਲੇ ਵੀ ਤੁਸੀਂ ਸੀ, ਇਸ ਸੰਸਾਰ ਵਿੱਚ ਵੀ ਲਿਖਣ ਵਾਲੇ ਤੁਸੀਂ ਹੋ। ਜੇ ਤੁਸੀਂ ਉੱਥੇ ਲਿਖਣਾ ਭੁੱਲ ਗਏ ਤਾਂ ਕਿਰਪਾ ਕਰਕੇ ਇੱਥੇ ਲਿਖ ਦਿਓ, ਕਿਉਂਕਿ ਲਿਖਣ ਵਾਲਾ ਤਾਂ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਿਹਨੇ ਸਾਡੇ ਕਰਮ ਬਦਲੀ ਕਰਨੇ ਹਨ, ਜਿਹਨੇ ਸਾਡੇ ਲੇਖ ਮਿਟਾਉਣੇ ਹਨ, ਅੱਛੇ ਕਰਮ ਲਿਖਣੇ ਹਨ, ਵੱਡੇ ਭਾਗ ਸਾਡੇ ਲਿਖਣੇ ਹਨ। ਸਾਡੇ ਵਾਸਤੇ ਤਾਂ ਸਾਡਾ ਅਕਾਲ ਪੁਰਖ ਵਾਹਿਗੁਰੂ परिपूर्ण परमेश्वर भगवान सतगुरु श्री गुरु नानक देव जी ही है। सतगुरां दी गुरता गुरगद्दी ते सुभाएमान हो तुसी, किरपा करो। जे आप जी ने उदों नहीं लिखिया तां किरपा करके हुण लिख दो महाराज, हुण किरपा कर दिओ, हुण रहमत कर दिओ, हुण बख्शिश कर दिओ। किरपा करके मेरे माड़े भागां दे विच, मेरे बुरे कर्मां दे विच एक पुत्र दी दात लिख दिओ महाराज। सच्चे पातशाह ने बेनती क्यों ना कीती, ये अरदास क्यों ना कीती, ये दुख क्यों ना रोया सतगुरां दे कोले। साध संगत जदों इस तरह दे नाल बेनती होई, सत वचन कहता हुण मैनू की करना चाहिदा है, तुसीं मैनू कोई आग्या दो, कोई ज्ञान कराओ, जिद्दां तुसीं हुक्म करोगे मैनू मंजूर है। भाई साहब जी ने पेपर ते पेन देता। जदों सतगुरु सच्चे पातशाह घोड़े ते सवार बाहर नूं जा रहे होणगे, घोड़े दे अगे हो जाई, अगे हो करके बेनती कर दई कि औलाद दी दात बख्शो, पुत्र दी दात बख्शो। जदों महाराज सच्चे पातशाह दे चरणां च तू बेनती कर देवेंगी ना, तैनूं फेर कह देणगे कि तेरे कर्मां च नहीं लिखिया। कापी पेन अगे कर दई, पेपर पेन अगे पकड़ा दई सतगुरां नूं, सच्चे पातशाह जे उदों लिखना भुल गए तां हुण लिख दो। उत्थे भी तुसीं ओ लिखना सी, इत्थे भी तुसीं ओ लिखना है। किरपा करके महाराज हुण तुसीं लिख दो। फिर देखी सतगुरु की खेडां वरताउंदे है। सतगुरु सच्चे पातशाह महाराज इवें किवें संगत नूं दीदार दे करके जदों बाहर घोड़े ते सवार होके बाहर नूं जा रहे हन, साध संगत उस वेले बीबी भैन पेपर पेन लैके सतगुरां दे सामने आ गई और आ करके बेनती कर दी है, महाराज
ਕਿਰਪਾ ਕਰੋ, ਰਹਿਮਤ ਕਰੋ, ਬਖਸ਼ਿਸ਼ ਕਰੋ, ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ੋ ਮਹਾਰਾਜ, ਕਿਰਪਾ ਕਰਕੇ ਦਾਤ ਬਖਸ਼ ਦਿਓ। ਫਿਰ ਦੇਖੀ ਕੀ ਖੇਡ ਵਰਤਦੀ, ਕੀ ਆਨੰਦ ਵਰਤਦਾ ਹੈ। ਜਦੋਂ ਇਸ ਤਰ੍ਹਾਂ ਬੇਨਤੀ, ਸਤਿਗੁਰੂ ਬਾਹਰ ਆ ਰਹੇ ਹਨ, ਘੋੜੇ ਤੇ ਸਵਾਰ ਨੇ। ਇਹ ਮਾਈ ਸੁਲੱਖਣੀ ਚੰਬੇ ਨਗਰ ਦੇ ਅੰਮ੍ਰਿਤਸਰ ਦੇ ਰਹਿਣ ਵਾਲੀ ਜਦੋਂ ਸਾਹਮਣੇ ਆ ਗਈ ਤਾਂ ਸਤਿਗੁਰੂ ਕਹਿੰਦੇ, ਬੀਬਾ ਤੂੰ ਗਈ ਨਹੀਂ ਹਜੇ, ਇੱਥੇ ਹੀ ਫਿਰਦੀ ਐ, ਜਾਂ ਚਲੀ ਜਾ ਤੂੰ। ਕਹਿੰਦੀ ਮੈਂ ਔਲਾਦ ਲੈ ਕੇ ਜਾਵਾਂਗੀ, ਕਿਰਪਾ ਕਰਕੇ ਮੈਨੂੰ ਔਲਾਦ ਬਖਸ਼ੋ। ਮਾਰੇ ਕਹਿੰਦੇ ਅਸੀਂ ਬਚਨ ਤਾਂ ਤੈਨੂੰ ਕਰ ਦਿੱਤਾ ਹੈ, ਜਾਂ ਤੇਰੇ ਕਰਮਾਂ 'ਚ ਲਿਖਿਆ ਹੀ ਨਹੀਂ, ਅਸੀਂ ਤੈਨੂੰ ਦਈਏ ਕਿੱਥੋਂ, ਤੇਰੇ ਕਰਮਾਂ 'ਚ ਨਹੀਂ ਹੈ। ਬੇਨਤੀ ਕਰਦੀ ਹੈ ਪੇਪਰ ਪਿੰਨ ਅੱਗੇ ਕਰਕੇ, ਮਹਾਰਾਜ ਆ ਲਓ ਪੇਪਰ ਤੇ ਕਲਮ, ਜੇ ਉੱਥੇ ਲਿਖਣਾ ਭੁੱਲ ਗਏ ਤਾਂ ਹੁਣ ਲਿਖ ਦਿਓ, ਕਿਰਪਾ ਕਰਕੇ ਮੇਰੇ ਤੱਤੜੀ ਦੇ ਦੁੱਖ ਕੱਟ ਦਿਓ। ਸੱਚੇ ਪਾਤਸ਼ਾਹ ਨੇ ਪੇਪਰ ਪਕੜਿਆ, ਪੈਨ ਜਾਂ ਕਲਮ ਦੋ ਹੱਥ ਪਕੜੀ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਲਿਖਣ ਲੱਗੇ, ਬਹੁਤੇ ਪ੍ਰੇਮੀ ਤੇ ਪੁਰਾਤਨ ਮਹਾਂਪੁਰਸ਼ ਇਹੀ ਬਚਨ ਕਰਦੇ ਹੈ ਕਿ ਘੋੜੇ ਨੇ ਪੈਰ ਹਿਲਾ ਦਿੱਤਾ ਔਰ ਇੱਕ ਤੋਂ ਸਾਤਾ ਬਣ ਗਿਆ। ਦੂਜਾ ਪ੍ਰਮਾਣ ਇਹ ਵੀ ਹੈ ਕਿ ਸਤਿਗੁਰੂ ਕਹਿੰਦੇ ਹੁਣ ਇਹਨੂੰ ਜੁਗਤੀ ਆ ਗਈ, ਹੁਣ ਇਹਨੇ ਇੱਕ ਪੁੱਤਰ ਲੈ ਕੇ ਦੁਬਾਰਾ ਫਿਰ ਆ ਜਾਣਾ ਹੈ, ਕਿਉਂ ਨਾ ਆਪਾਂ ਇਹਨੂੰ ਹੁਣੇ ਹੀ 7 ਪੁੱਤ ਦੇ ਦਈਏ। ਬਾਰ-ਬਾਰ ਆਉਣ ਨਾਲੋਂ ਆ ਕੇ ਕਵੇਗੀ ਇਹ ਜੀ ਮੇਰਾ ਕਹਿਣਾ ਨਹੀਂ ਮੰਨਦਾ, ਇੱਕ ਹੋਰ ਦਿਓ, ਇਹ ਜੀ ਕੰਮ ਨਹੀਂ ਕਰਦਾ, ਇੱਕ ਹੋਰ ਦਿਓ, ਇਹ ਜੀ ਪੈਸਾ ਕਮਾ ਕੇ ਮੈਨੂੰ ਨਹੀਂ ਦਿੰਦਾ, ਇੱਕ ਹੋਰ ਦਿਓ, ਇਹ ਸੰਸਾਰੀ ਝਮੇਲਿਆਂ 'ਚ ਫਸ ਜਾਏਗੀ। ਇਸ ਕਰਕੇ ਇਹਨੂੰ ਜੁਗਤੀ ਆ ਗਈ, ਖਾਲੀ ਅਸੀਂ ਮੋੜ ਨਹੀਂ ਸਕਦੇ ਇਸ ਨੂੰ। ਇਸ ਕਰਕੇ ਹੁਣ ਆਪਾਂ ਇਸ ਨੂੰ ਹੁਣੇ ਹੀ 7 ਪੁੱਤਰਾਂ ਦੀ ਦਾਤ ਦੇ ਦਿਓ। ਮਹਾਰਾਜ ਜੀ ਨੇ ਜਿਸ ਬੀਬੀ ਦੇ ਕਰਮਾਂ ਦੇ ਵਿੱਚ ਇੱਕ ਪੁੱਤ ਵੀ ਨਹੀਂ ਹੈਗਾ ਸੀ, ਸੱਚੇ ਪਾਤਸ਼ਾਹ ਨੇ ਦਇਆ ਕਰਕੇ, ਰਹਿਮਤ ਕਰਕੇ, ਬਖਸ਼ਿਸ਼ ਕਰਕੇ, ਨਿਰਾਸੰਗ ਆਸ ਪੂਰਣੈ, ਉਸ ਬੀਬੀ ਨੂੰ 7 ਪੁੱਤਰਾਂ ਦੀ ਦਾਤ ਦੇ ਦਿੱਤੀ। ਇਸ ਕਰਕੇ ਸਾਧ ਸੰਗਤ ਆਪਾਂ ਵਿਆਖਿਆ ਕਰ ਰਹੇ ਹਾਂ, ਪਾਛੰ ਕ੍ਰੋਧ ਅਗਰਣੀ ਵਖੈ ਨਿਰਾਸੰਗ ਆਸ ਪੂਰਣੈ। ਜਿਹੜੇ ਆਗਿਆ ਵਿੱਚ ਚੱਲਦੇ ਹਨ, ਹੁਕਮ ਵਿੱਚ ਚੱਲਦੇ ਹਨ, ਭਾਣੇ ਵਿੱਚ ਚੱਲਦੇ ਹਨ, ਰਜ਼ਾ ਵਿੱਚ ਚੱਲਦੇ ਹਨ, ਸਤਿਪੁਰਸ਼ਾਂ ਦੇ ਪ੍ਰਵਚਨ ਮੰਨਦੇ ਹਨ, ਉਹਨਾਂ ਦੇ ਸਭੇ ਦੁੱਖ ਕੱਟੇ ਜਾਂਦੇ ਹਨ, ਉਹਨਾਂ ਤੇ ਪਰੰਪਾਰ ਕਿਰਪਾ ਹੋ ਜਾਂਦੀ ਹੈ। ਸਤਿਗੁਰੂ ਦਇਆ ਦੇ ਘਰ ਵਿੱਚ ਆ ਜਾਂਦੇ ਹਨ, ਉਹ ਪਿੱਛੇ ਲੱਗ ਕੇ ਤੁਰਨ ਵਾਲਿਆਂ ਨੂੰ ਅੱਗੇ ਕਰ ਦਿੰਦੇ, ਮੁਖੀ ਕਰ ਦਿੰਦੇ ਹਨ। ਨਿਰਤਨ ਭਯੰ ਤਨਵੰਤ ਹੈ, ਰੋਗੀਆਂ ਰੋਗ ਖੰਡਣਾ ਹੈ। ਜਿਹੜੇ ਅੰਤਾਂ ਦੇ ਗਰੀਬ ਹੁੰਦੇ ਹਨ, ਜਿਨ੍ਹਾਂ ਦੇ ਪਾਸ ਪੈਸਾ ਨਹੀਂ ਹੁੰਦਾ, ਧਨ ਪਦਾਰਥ ਨਹੀਂ ਹੁੰਦਾ, 2-2 3-3 ਦਿਨ ਦਾ ਗੁਜ਼ਾਰਾ। ਤੁਸੀਂ ਰਾਤਰੀ ਦੇ ਦੀਵਾਨ ਵਿੱਚ ਬੜੇ ਪ੍ਰੇਮ ਨਾਲ ਸੁਣਿਆ, ਰਾਤਰੀ ਦੇ ਦੀਵਾਨ ਵਿੱਚ ਤੁਸੀਂ ਐਸਾ ਆਨੰਦ ਪ੍ਰਾਪਤ ਕੀਤਾ, ਜਿਹੜਾ ਭਾਈ ਪੱਲਾ ਅੰਤਾਂ ਦਾ ਗਰੀਬ ਹੋ ਗਿਆ ਸੀ, 3-3 ਦਿਨ ਪ੍ਰਸ਼ਾਦਾ ਨਹੀਂ ਸੀ ਮਿਲਦਾ। ਪਿੰਡ ਦੇ ਲੋਕ ਮਖੌਲ ਕਰਦੇ ਸਨ ਕਿ ਆ ਗਿਆ ਤੇਰਾ ਗੁਰੂ, ਕੱਟਤੀ ਤੇਰੀ ਗਰੀਬੀ, ਹੋ ਗਏ ਤੇਰੇ ਦੁੱਖ ਦੂਰ। ਅੱਜ ਸੱਚੇ ਪਾਤਸ਼ਾਹ ਆਪ ਚੱਲ ਕੇ ਆਪਣੇ ਸਿੱਖਾਂ ਨੂੰ ਦਰਸ਼ਨ ਦੇਣ ਆ ਗਏ। ਸੱਚੇ ਪਾਤਸ਼ਾਹ ਐਸੇ ਦੀਨ ਦਿਆਲੂ ਹਨ, ਐਸੇ ਕਿਰਪਾਲੂ ਹਨ। ਲੋੜ ਹੈ ਸਾਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਨਿਮਰਤਾ ਧਾਰਨ ਕਰਨ ਦੀ, ਪ੍ਰੇਮ ਨਾਲ ਬੇਨਤੀਆਂ ਕਰਨ ਦੀ, ਪ੍ਰੇਮ ਨਾਲ ਦੁੱਖ ਦੱਸਣ ਦੀ। ਸਤਿਗੁਰੂ ਸਾਡੇ ਸਾਰੇ ਦੁੱਖ ਕੱਟਦੇ ਐ। ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ। ਸਾਡੇ ਸਭੇ ਦੁੱਖਾਂ ਨੂੰ ਖਤਮ ਕਰ ਦਿੰਦੇ ਹਨ। ਹੁਣ ਇੱਥੇ ਨਿਰਤਨ ਭਯੰ ਤਨਵੰਤਾ ਹੈ। ਤੁਸੀਂ ਆਸਾ ਜੀ ਦੀ ਵਾਰ ਦਾ ਪਾਠ ਵੀ ਕਰਦੇ ਹੋ, ਕੀਰਤਨ ਵੀ ਸੁਣਦੇ ਹੋ। ਆਸਾ ਜੀ ਦੀ ਵਾਰ ਜਦੋਂ ਸ਼ੁਰੂ ਕਰਦੇ ਆ, ਟੁੰਡੇ ਅਸ ਰਾਜੇ ਕੀ ਧੁਨੀ, ਉਹ ਟੁੰਡਾ ਰਾਜਾ ਸੀ ਜਿਹੜਾ ਕਿਵੇਂ ਬਣਿਆ। ਚਾਹੇ ਪਹਿਲਾਂ ਰਾਜਕੁਮਾਰ ਸੀ, ਇੰਨਾ ਸਮਾਂ ਨਹੀਂ ਕਿ ਅੱਜ ਮੈਂ ਤੁਹਾਨੂੰ ਬੜਾ ਲੰਮਾ ਸਾਖੀ ਪ੍ਰਮਾਣ ਦੇ ਸਕਾਂ। ਰਾਜਕੁਮਾਰ ਹੀ ਸੀ, ਪਰ ਉਸ ਦਾ ਹੱਥ ਕੱਟ ਕੇ ਉਸ ਨੂੰ ਬਾਹਰ ਸੁੱਟ ਦਿੱਤਾ ਸੀ ਜੰਗਲ ਦੇ ਵਿੱਚ। ਹੁਣ ਜਿਹਦਾ ਹੱਥ ਹੀ ਕੱਟਿਆ ਗਿਆ ਹੋਵੇ, ਉਹ ਮਿਹਨਤ ਵੀ ਕਿੱਦਾਂ ਕਰੇਗਾ।
ਅੱਜ ਇੱਕ ਸਮਾਂ ਬਣ ਗਿਆ, ਬੜੀ ਦੂਰ ਜੰਗਲ ਦੇ ਵਿੱਚ ਦੀ ਲੰਘਦਾ ਲੰਘਦਾ ਬੜੀ ਦੂਰ ਕਿਸੇ ਨਗਰ ਦੇ ਵਿੱਚ ਜਾ ਨਿਕਲਿਆ। ਜਿਸ ਨਗਰ ਵਿੱਚ ਗਿਆ ਉੱਥੇ ਦਾ ਰਾਜਾ ਚੜ੍ਹਾਈ ਕਰ ਚੁੱਕਿਆ ਸੀ। ਮਰਿਆਦਾ ਸੀ ਕਿ ਵਜ਼ੀਰ ਰਾਜ ਗੱਦੀ ਤੇ ਨਹੀਂ ਬੈਠ ਸਕਦਾ। ਸਾਰਿਆਂ ਨੇ ਮਤਾ ਇਹ ਪਾਸ ਕੀਤਾ, ਅਕਾਲ ਪੁਰਖ ਤੇ ਛੱਡ ਦਿਓ। ਜਿਹੜਾ ਸਭ ਤੋਂ ਪਹਿਲਾਂ ਦਰਵਾਜ਼ੇ ਦੇ ਬਾਹਰਲੇ ਪਾਸੇ ਆਦਮੀ ਬੈਠਾ ਆਪਾਂ ਨੂੰ ਮਿਲ ਗਿਆ, ਉਸ ਨੂੰ ਰਾਜ ਗੱਦੀ ਤੇ ਬਿਠਾ ਦਿੱਤਾ ਜਾਵੇਗਾ। ਜਦੋਂ ਆ ਜਿਹੜੇ ਪਿੰਡ ਦੇ ਗੇਟ ਹੁੰਦੇ ਨੇ, ਦਰਵਾਜ਼ੇ, ਪਿੰਡ ਦੇ ਦਰਵਾਜ਼ੇ, ਹੁਣ ਸਾਧ ਸੰਗਤ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਪਿੰਡ ਦਾ ਜਿਹੜਾ ਮੇਨ ਵੱਡਾ ਦਰਵਾਜ਼ਾ ਹੁੰਦਾ ਹੈ, ਸਭ ਬੰਦ ਕਰ ਦਿੱਤੇ ਗਏ। ਇਹ ਜਿਹੜਾ ਟੁੰਡਾ ਸੀ ਬੱਚਾ, ਪਿੰਡ ਦੇ ਵਿੱਚ ਰੋਟੀ ਮੰਗਣ ਵਾਸਤੇ, ਭੀਖ ਮੰਗਣ ਵਾਸਤੇ ਦਰਵਾਜ਼ੇ ਦੇ ਬਾਹਰਲੇ ਪਾਸੇ ਬੈਠੇ। ਕਦੋਂ ਬਾਰ ਖੁੱਲੇ, ਕਦੋਂ ਮੈਂ ਦੁਆਰ ਦੇ ਅੰਦਰ ਜਾਵਾਂ, ਕਿਸੇ ਘਰ ਵਿੱਚੋਂ ਭੀਖ ਮੰਗਾ, ਰੋਟੀ ਮੰਗਾ, ਪੇਟ ਪੂਰਤੀ ਕਰਾਂ। 4 ਵੱਜਦੇ ਹਨ, ਉਹ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ। 1 ਕਦਮ ਦੀ ਦੂਰੀ ਹੈ ਰਾਜਾ ਬਣਨ ਦੀ। ਆ ਬਾਹਰ ਬੈਠਾ ਹੈ ਦਰਵਾਜ਼ੇ ਦੇ ਬਾਹਰਲੇ ਪਾਸੇ, ਅੰਤਾਂ ਦਾ ਗਰੀਬ ਹੈ, ਭੁੱਖਾ ਪੇਟ ਹੈ, ਹੱਥ ਵੱਢਿਆ ਹੋਇਆ ਹੈ। ਪਰ ਜਦੋਂ ਉਹ ਦੁਆਰ ਖੁੱਲਿਆ, ਦਰਵਾਜ਼ਾ ਖੁੱਲਿਆ, ਉਹਨਾਂ ਨੇ ਇੱਕਦਮ ਉਸ ਨੂੰ ਲਿਆ, ਨਾਲ ਲਿਜਾ ਕਰਕੇ ਉਸ ਦਾ ਰਾਜ ਤਿਲਕ ਕਰਕੇ ਰਾਜ ਗੱਦੀ ਤੇ ਬਿਠਾਤਾ। ਇੰਨੀ ਕਿਰਪਾ ਕਰ ਦਿੰਦੇ ਹਨ ਪਰਮੇਸ਼ਰ। ਕੀ ਕਹਿੰਦੇ ਨੇ? ਨਿਰਤਨ ਭੈੰ ਧਨਵੰਤ ਹੈ। 1 ਕਦਮ ਪਹਿਲਾਂ ਜਦੋਂ ਜਿੱਥੇ ਬੈਠਾ ਹੈ ਉੱਥੇ ਗਰੀਬ ਹੈ। 1 ਕਦਮ ਪੁੱਟ ਕੇ ਜਦੋਂ ਅੰਦਰ ਪ੍ਰਵੇਸ਼ ਕਰ ਜਾਂਦਾ ਹੈ ਤਾਂ ਉਹ ਰਾਜਾ ਬਣ ਜਾਂਦਾ ਹੈ। ਇਸ ਕਰਕੇ ਲੋੜ ਹੈ ਸਾਨੂੰ ਸ਼ਰਧਾ ਧਾਰਨ ਕਰਨ ਦੀ, ਵਿਸ਼ਵਾਸ ਧਾਰਨ ਕਰਨ ਦੀ। ਗੱਲਾਂ ਅਸੀਂ ਬੜੀਆਂ ਮਾਰ ਲੈਂਦੇ ਹਾਂ ਕਿ ਮੇਰੇ ਤੇ ਬੜੀ ਕਿਰਪਾ, ਮੇਰੇ ਤੇ ਬੜੀ ਕਿਰਪਾ। ਪਰ ਸਾਧ ਸੰਗਤ ਜੀ, ਕਿਰਪਾ ਤਦ ਹੁੰਦੀ ਹੈ ਜਦੋਂ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦੇ ਹਾਂ, ਉਹਦੀ ਰਜ਼ਾ ਵਿੱਚ ਚੱਲਦੇ ਹਾਂ, ਨਾਮ ਸਿਮਰਨ ਵਾਲੇ ਪਾਸੇ ਚੱਲਦੇ ਹਾਂ। ਰੋਗੀਆਂ ਰੋਗ ਖੰਡਣੈ, ਸਤਿਗੁਰੂ ਕਹਿੰਦੇ ਨੇ ਵੱਡੇ ਵੱਡੇ ਰੋਗ ਸੱਚੇ ਪਾਤਸ਼ਾਹ ਜੀ ਕੱਟ ਦਿੰਦੇ ਹਨ। ਇਹ ਸਹਿਸਕ੍ਰਿਤੀ ਬਾਣੀ ਜਿਹੜੀ ਪੜ੍ਹਨ ਵਾਸਤੇ ਬੜੀ ਮੋਹਾਲ ਹੈ, ਬੜੀ ਮੁਸ਼ਕਿਲ ਹੈ। ਪਰ ਜਦੋਂ ਤੁਸੀਂ ਇਸ ਦੇ ਅਰਥ ਸੁਣੋਗੇ ਨਾ, ਅਰਥਾਂ ਵੱਲ ਧਿਆਨ ਦਿਓਗੇ ਨਾ, ਇਤਨਾ ਆਨੰਦ ਬਣੇਗਾ, ਚਿੱਤ ਕਰੇਗਾ ਸੁਣਦਾ ਹੀ ਜਾ ਐ ਮਨਾ, ਬਾਣੀ ਤੋਂ ਬਿਨਾ ਤਾਂ ਤੇਰਾ ਜੀਵਨ ਬੇਅਰਥਾ ਹੈ। ਜੇ ਹੁਣ ਅਸੀਂ ਇੱਕ ਤੁਹਾਨੂੰ ਰੋਗੀ ਨੂੰ ਠੀਕ ਹੋਏ ਦਾ ਪ੍ਰਮਾਣ ਦਈਏ, ਜੋ ਰਾਜ ਜੋਗੀ ਤਤ ਵੇਤੇ ਪਰਮ ਸੰਤ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਰਾੜਾ ਸਾਹਿਬ ਵਾਲੇ, ਸਾਡੇ ਬਜ਼ੁਰਗ ਮਹਾਪੁਰਸ਼, ਸਾਡੇ ਵੱਡੇ ਮਹਾਪੁਰਸ਼ ਇਹ ਪ੍ਰਵਚਨ ਸੁਣਾਇਆ ਕਰਦੇ ਸਨ। ਇੱਕ ਪ੍ਰੇਮੇ ਕੋੜੀ ਦੀ ਸਾਖੀ ਸੁਣਾਉਂਦੇ ਹੁੰਦੇ ਸਨ। ਰੋਗੀਆਂ ਰੋਗ ਖੰਡਣੈ, ਸਹਿਸਕ੍ਰਿਤੀ ਬਾਣੀ ਦਾ ਇਹ ਪ੍ਰਮਾਣ ਹੈ। ਰੋਗ ਕਿਵੇਂ ਕੱਟੇ ਜਾਂਦੇ ਹਨ। ਸਾਧ ਸੰਗਤ, ਇੱਕ ਅਮੀਰ ਸ਼ਾਹੂਕਾਰ ਦਾ ਇਕਲੌਤਾ ਪੁੱਤਰ ਸੀ। ਮਾਤਾ ਪਿਤਾ ਦੇ ਵੱਡੀ ਉਮਰ ਦੇ ਵਿੱਚ ਬਾਲਕ ਹੋਣ ਕਰਕੇ ਇਸ ਦਾ ਬਹੁਤ ਪ੍ਰੇਮ ਕਰਨ ਲੱਗ ਗਏ। ਅੰਤਾਂ ਦਾ ਪ੍ਰੇਮ ਕਰਦੇ ਹਨ, ਬੜੀਆਂ ਚਾਵਾਂ ਲਾਡਾਂ ਸਧਰਾਂ ਦੇ ਨਾਲ ਪਾਲ ਰਹੇ ਹਨ। ਜ਼ਿਆਦਾ ਪ੍ਰੇਮ ਹੋਣ ਕਰਕੇ ਇਸ ਦਾ ਨਾਮ ਹੀ ਪ੍ਰੇਮਾ ਰੱਖ ਦਿੱਤਾ ਗਿਆ। ਪ੍ਰੇਮੇ ਨੂੰ ਬੜੇ ਚਾਵਾਂ ਨਾਲ ਪਾਲਦੇ ਹਨ, ਬੜੇ ਅੱਛੇ ਤਰੀਕੇ ਦੀ ਪੜ੍ਹਾਈ ਕਰਾਉਂਦੇ ਹਨ। ਵੱਡਾ ਹੋਣ ਤੇ ਬੜੇ ਅਮੀਰ ਘਰ ਦੇ ਵਿੱਚ ਅਮੀਰ ਘਰਾਣੇ ਦੀ ਲੜਕੀ ਦੇ ਨਾਲ ਵਿਆਹ ਕਰ ਦਿੰਦੇ ਹਨ। ਹੁਣ ਜਦੋਂ ਤਾਂ ਅਸੀਂ ਹੁੰਦੇ ਹਾਂ ਗਰੀਬ, ਉਦੋਂ ਤਾਂ ਅਸੀਂ ਹੱਥ ਘੁੱਟ ਕੇ ਖਰਚਾ ਕਰਦੇ ਹਾਂ। ਔਰ ਜਦੋਂ ਸਾਡੇ ਪਾਸ ਬਿਨਾਂ ਮਿਹਨਤ ਕੀਤੇ ਪੈਸਾ ਆ ਜਾਵੇ, ਸਾਧ ਸੰਗਤ, ਫਿਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਜਿਹੜੀਆਂ ਵਸਤੂਆਂ ਦੀ ਨਹੀਂ ਵੀ ਜ਼ਰੂਰਤ ਹੁੰਦੀ, ਉਹ ਵੀ ਵਸਤੂਆਂ ਖਰੀਦ ਕੇ ਘਰ ਭਰਨ ਲੱਗ ਜਾਂਦੇ ਹਾਂ। ਜਿਹੜੀਆਂ ਵਸਤੂਆਂ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ, ਉਹ ਵਸਤੂਆਂ ਨੂੰ ਵੀ ਅਸੀਂ ਲਿਆ ਕੇ ਘਰ ਦੇ ਵਿੱਚ ਇਕੱਠੇ ਕਰਦੇ ਹਾਂ। ਇਵੇਂ ਕਿਵੇਂ? ਹੁਣ ਇਹ ਜਦੋਂ ਲੜਕਾ ਵਿਆਹਿਆ ਗਿਆ, ਸਹੁਰੇ ਪਰਿਵਾਰ ਵੱਲੋਂ ਵੀ ਬੜੇ ਪਦਾਰਥ, ਬੜਾ ਧਨ ਪਦਾਰਥ ਦਿੱਤਾ ਗਿਆ। ਸਾਧ ਸੰਗਤ,
ਪਹਿਲਾਂ ਹੀ ਅਮੀਰ ਬਹੁਤ ਸੀ, ਹੋਰ ਅਮੀਰ ਹੋ ਗਿਆ। ਗੁਰਬਾਣੀ ਵਿੱਚ ਪ੍ਰਮਾਣ ਹੈ, ਤਪੋਂ ਰਾਜ ਰਾਜੋ ਨਰਕ। ਤਪ ਕਰਕੇ ਅਮੀਰੀ ਮਿਲਦੀ ਹੈ। ਕਿਸੇ ਨੇ ਤਪੱਸਿਆ ਕੀਤੀ ਹੋਵੇ, ਫਿਰ ਕਿਤੇ ਅਮੀਰ ਖਾਨਦਾਨ ਐਸ਼ ਪ੍ਰਸਤੀ ਵਾਲਾ ਜੀਵਨ ਮਿਲਦਾ ਹੈ। ਜੇ ਉਸ ਮੌਜ ਮਸਤੀ ਵਿੱਚ ਵੀ ਨਾਮ ਜਪਦਾ ਰਹੇਗਾ ਫਿਰ ਤਾਂ ਹੈ ਮੁਕਤੀ ਨੂੰ ਪ੍ਰਾਪਤ ਕਰਦਾ। ਪਰ ਜੇ ਸਾਧ ਸੰਗਤ ਜੀ ਉਹ ਵਿਸ਼ੇ ਰਸ ਦੇ ਵਿੱਚ ਪੈ ਗਿਆ, ਫਿਰ ਉਸ ਨੂੰ ਨਰਕ ਦੀ ਪ੍ਰਾਪਤੀ ਹੋਇਆ ਕਰਦੀ ਹੈ। ਹੁਣ ਇਹਦੇ ਪਾਸ ਬਹੁਤਾ ਧਨ ਆ ਗਿਆ, ਬਹੁਤਾ ਧਨ ਆਉਣ ਤੇ ਐਸ਼ ਪ੍ਰਸਤੀ ਵਾਲਾ ਜੀਵਨ ਬਤੀਤ ਕਰਨ ਲੱਗ ਗਿਆ। ਮਾਤਾ ਪਿਤਾ ਬੁੱਢੇ ਹੋ ਗਏ। ਸਾਵਣ ਦੇ ਮਹੀਨੇ ਦੇ ਡੱਡੂਆਂ ਅਤੇ ਮਿੱਠੇ ਪਰ ਮੱਖੀਆਂ ਦੀ ਤਰ੍ਹਾਂ ਖੁਸ਼ਾਮਦੀ ਲੋਕ ਅਤੇ ਇਹਦੇ ਦੋਸਤ, ਨਕਲੀ ਦੋਸਤ ਬੜੇ ਇਹਦੇ ਕੋਲ ਇਕੱਠੇ ਹੋ ਗਏ। ਕੁਸੰਗਤ ਸ਼ੁਰੂ ਹੋ ਗਈ, ਜੂਆ ਖੇਡਣਾ, ਸ਼ਰਾਬਾਂ ਪੀਣੀਆਂ, ਲੜਾਈਆਂ ਝਗੜੇ ਕਰਨੇ। ਐਸਾ ਜੀਵਨ ਇਸਨੇ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਹੁਣ ਸ਼ਰਾਬ ਦੇ ਆਸਰੇ ਹੋਰ ਵੀ ਬਹੁਤ ਸਾਰੇ ਔਗਣ ਆਉਣੇ ਹੀ ਹਨ। ਔਗਣ ਆਉਂਦਿਆਂ ਇੱਕ ਦਿਨ ਔਗਣਾਂ ਦੇ ਨਾਲ ਹੀ ਭਰ ਗਿਆ। ਜਿਵੇਂ ਤੁਸੀਂ ਇੱਕ ਸਤ ਸੰਗ ਵਿੱਚੋਂ ਗੁਣ ਇਕੱਠਾ ਕਰਦੇ ਹੋ, ਦੂਸਰੇ ਸਤ ਸੰਗਤ ਵਿੱਚੋਂ ਦੂਸਰਾ ਗੁਣ ਇਕੱਠਾ ਕਰਦੇ ਹੋ। ਰੋਜ਼ ਆਪਣੀ ਜ਼ਿੰਦਗੀ ਵਿੱਚੋਂ ਇੱਕ ਇੱਕ ਔਗਣ ਕੱਢਦੇ ਜਾਂਦੇ ਹੋ, ਇੱਕ ਇੱਕ ਗੁਣ ਧਾਰਨ ਕਰਦੇ ਜਾਂਦੇ ਹੋ। ਤੁਸੀਂ ਗੁਣਾਂ ਦੇ ਨਾਲ ਭਰ ਜਾਂਦੇ ਹੋ। ਸਾਡੇ ਬੱਚੇ ਪਹਿਲਾਂ ਪਹਿਲੀ ਕਲਾਸ ਵਿੱਚ ਗਏ, ਧਿਆਨ ਇਕਾਗਰਤ ਕਰਕੇ ਪੜ੍ਹਦੇ ਗਏ, ਪੜ੍ਹਾਈ ਦੇ ਨਾਲ ਨਾਲ ਗਿਆਨਵਾਨ ਹੁੰਦੇ ਗਏ, ਕਿੱਡੀਆਂ ਡਿਗਰੀਆਂ ਪ੍ਰਾਪਤ ਕਰ ਲੈਂਦੇ ਹਨ। ਹੁਣ ਜਿਹੜੇ ਬੱਚੇ ਨੇ ਪੜ੍ਹਾਈ ਤੇ ਧਿਆਨ ਹੀ ਨਹੀਂ ਦੇਣਾ, ਇਕਾਗਰਤਾ ਹੀ ਨਹੀਂ ਬਣਾਉਣੀ ਹੈ, ਉਹ ਸਾਧ ਸੰਗਤ ਜ਼ਿੰਦਗੀ ਵਿੱਚ ਕਾਮਯਾਬ ਕਿੱਦਾਂ ਹੋ ਸਕਦਾ ਹੈ? ਜਿਹਨੇ ਪੜ੍ਹਾਈ ਵੱਲ ਧਿਆਨ ਨਾ ਦਿੱਤਾ, ਉਹ ਜਿਹੜਾ ਵੀ ਗਿਆਨ ਕੋਲ ਹੁੰਦਾ ਉਹ ਵੀ ਖੋ ਲੈਂਦਾ ਹੈ। ਹੁਣ ਇਸ ਨੇ ਔਗਣ ਭਰੇ ਦੋਸਤਾਂ ਦੀ ਸੰਗਤ ਕਰਨੀ। ਸੰਗਤ ਕਰਦਿਆਂ ਔਗਣਾਂ ਦੇ ਨਾਲ ਭਰ ਗਿਆ। ਜਦੋਂ ਹਿਰਦੇ ਵਿੱਚੋਂ ਨਾਮ ਨਿਕਲ ਜਾਏ, ਸੇਵਾ ਨਿਕਲ ਜਾਏ, ਭਜਨ ਬੰਦਗੀ ਖਤਮ ਹੋ ਜਾਏ, ਫਿਰ ਇਹ ਸਰੀਰ ਔਗਣ ਅਤੇ ਵਿਕਾਰਾਂ ਦੇ ਨਾਲ ਭਰ ਜਾਂਦਾ ਹੈ। ਹੁਣ ਇਹ ਲੜਕਾ ਔਗਣਾਂ ਦੇ ਨਾਲ ਭਰਿਆ ਹੋਇਆ, ਬਿਮਾਰੀਆਂ ਨਾਲ ਵੀ ਭਰ ਗਿਆ। ਇਹਦੇ ਸਰੀਰ ਨੂੰ ਕੁਸ਼ਟ ਰੋਗ ਹੋ ਗਿਆ। ਕੁਸ਼ਟ ਰੋਗ ਬੜਾ ਭਿਆਨਕ ਰੋਗ ਹੈ। ਇੰਗਲਿਸ਼ ਵਾਲਾ ਇਸ ਨੂੰ ਲੈਪਰਸੀ ਕਹਿੰਦਾ ਹੈ। ਐਸਾ ਰੋਗ ਹੈ, ਇਸ ਨੂੰ ਗੁਰਬਾਣੀ ਵਿੱਚ ਪੱਕਾ ਰੋਗ ਵੀ ਕਿਹਾ ਗਿਆ, ਜਿਹਦਾ ਕੋਈ ਇਲਾਜ ਨਹੀਂ ਹੈ। ਇਸ ਨੂੰ ਕੁਸ਼ਟ ਹੋ ਗਿਆ, ਇਸ ਨੂੰ ਕੋੜ ਪੈ ਗਿਆ ਸਾਧ ਸੰਗਤ। ਹੁਣ ਜਿਹੜੇ ਨਕਲੀ ਦੋਸਤ ਸੀ, ਜਿਹੜੇ ਕੇਵਲ ਪਿਆਲੇ ਦੇ ਯਾਰ ਸਨ, ਉਹ ਇਸ ਨੂੰ ਕੁਸ਼ਟ ਰੋਗ ਹੋਇਆ ਜਾਣ ਕੇ ਫਸਲ ਕੱਟਣ ਤੋਂ ਮਗਰੋਂ ਜਿਵੇਂ ਬਟੇਰੇ ਭੱਜ ਜਾਂਦੇ ਐ, ਇਵੇਂ ਕਿਵੇਂ ਦੌੜ ਗਏ। ਹੌਲੀ ਹੌਲੀ ਦੌਲਤ ਵੀ ਸਾਥ ਛੱਡ ਗਈ। ਐਸ ਪ੍ਰਸਤੀ ਕਰਦਾ ਰਿਹਾ, ਪੈਸਾ ਜਾਂਦਾ ਰਿਹਾ। ਪ੍ਰੇਮ ਚੰਦ ਤੋਂ, ਕਿਉਂਕਿ ਮਾਇਆ ਦੇ 3 ਨਾਂ ਨੇ ਨਾ, ਐ ਮਾਇਆ ਤੇਰੇ 3 ਨਾਮ, ਪਰਸੂ, ਪਰਸਾ, ਪਰਸਰਾਮ। ਜਦੋਂ ਪੈਸਾ ਨਹੀਂ ਨਾ ਹੁੰਦਾ ਕੋਲੇ, ਅਗਲਾ ਕਹਿੰਦਾ ਓਏ ਪਰਸਿਆ। ਜਦੋਂ ਥੋੜਾ ਜਿੰਨਾ ਪੈਸਾ ਆ ਜਾਂਦਾ ਫਿਰ ਪਰਸੂ ਜੀ, ਕਿਉਂਕਿ ਉਹਦੀ ਲੋੜ ਪੈਣੀ ਹੈ ਨਾ, ਕਿਸੇ ਦਿਨ ਪੈਸੇ ਦੀ ਲੋੜ ਪਏਗੀ ਕਿਸੇ ਦਿਨ, ਪਰਸੂ ਜੀ। ਜਦੋਂ ਬਹੁਤ ਸਾਰਾ ਪੈਸਾ ਆ ਜਾਂਦਾ ਫਿਰ ਪਰਸਰਾਮ ਜੀ ਕਹਿ ਕੇ ਬੁਲਾਉਂਦੇ ਐ। ਇਵੇਂ ਕਿਵੇਂ ਇੱਕ ਗਰੀਬ ਤੋਂ ਅਮੀਰ ਹੋਇਆ ਸ਼ਾਹੂਕਾਰ ਜਦੋਂ ਜਾਂਦਾ ਹੈ, ਲੋਕੀ ਉਹਨੂੰ ਕਹਿੰਦੇ ਨੇ ਸੇਠ ਜੀ ਨਮਸਕਾਰ। ਉਹ ਅੱਗੇ ਜਵਾਬ ਦਿੰਦਾ ਕਹਿ ਦਿਆਂਗੇ। ਉਹ ਫਿਰ ਕਹਿੰਦੇ ਨੇ ਸੇਠ ਜੀ ਮੱਥਾ ਟੇਕਦੇ ਆ। ਉਹ ਕਹਿੰਦਾ ਟੇਕ ਦਿਆਂਗੇ। ਸੇਠ ਜੀ ਨਮਸਕਾਰਾਂ ਨੇ, ਕਹਿੰਦੇ ਕਰ ਦਿਆਂਗੇ। ਹੁਣ ਇੱਕ ਦਿਨ ਉਹ ਸ਼ਾਹੂਕਾਰ ਦਾ ਸੇਵਾਦਾਰ ਪੁੱਛਦਾ, ਮਹਾਰਾਜ ਜਦੋਂ ਅਗਲਾ ਤੁਹਾਨੂੰ ਨਮਸਕਾਰ ਕਹਿੰਦਾ, ਤੁਸੀਂ ਕਿਉਂ ਨਹੀਂ ਕਹਿੰਦੇ ਨਮਸਕਾਰ? ਤੁਸੀਂ ਵੀ ਕਹਿ ਦਿਆ ਕਰੋ। ਉਹ ਸ਼ਾਹੂਕਾਰ ਕਹਿਣ ਲੱਗਿਆ, ਇਹ ਮੈਨੂੰ ਨਹੀਂ ਮੱਥਾ ਟੇਕਦੇ, ਇਹ ਮੈਨੂੰ ਨਹੀਂ ਨਮਸਕਾਰਾਂ ਕਰਦੇ। ਜਦੋਂ ਮੇਰੇ ਕੋਲ ਮਾਇਆ ਨਹੀਂ ਸੀ ਉਦੋਂ ਨਹੀਂ ਸੀ ਕੋਈ ਨਮਸਕਾਰ ਕਰਦਾ, ਉਦੋਂ ਮੈਂ ਲੰਘ ਜਾਂਦਾ ਸੀ ਇਕੱਲਾ ਹੀ ਕੋਲ ਦੀ ਇਹਨਾਂ ਦੇ। ਇਹ ਮੇਰੀ ਮਾਇਆ ਨੂੰ ਨਮਸਕਾਰਾਂ ਕਰਦੇ ਨੇ ਤੇ ਮੈਂ ਫਿਰ ਉਹਨਾਂ ਨੂੰ ਸਹੀ ਜਵਾਬ ਦਿੰਨਾ। ਉਹ ਮੈਨੂੰ ਕਹਿੰਦੇ ਨੇ ਨਮਸਕਾਰ ਜੀ, ਮੈਂ ਕਹਿ ਦਿੰਨਾ ਕਹਿ ਦਿਆਂਗਾ। ਮੈਂ ਆ ਕੇ ਗੋਲਕ ਦੇ ਉੱਤੇ ਦੋਨੋਂ ਹੱਥ ਲਾ ਕੇ ਮੱਥੇ ਨੂੰ ਲਾ ਕੇ ਕਹਿ ਦਿੰਨਾ, ਇੰਨੇ ਸਾਰੇ ਲੋਕਾਂ ਕਰਕੇ ਮੇਰਾ ਸਤਿਕਾਰ ਹੈ, ਇੰਨੇ ਸਾਰੇ ਲੋਕਾਂ ਵਿੱਚ ਤੇਰੇ ਕਰਕੇ ਮੇਰਾ ਸਤਿਕਾਰ ਹੈ,
ਆ ਕੇ मैं माया नूं मत्था टेक दिना। सो कहण तो भाव कि ये दुनियादार लोग ਬਹੁਤਾ ਜ਼ਿਆਦਾ ਤਾਂ ਜਿਹੜਾ ਪ੍ਰੇਮ ਪਿਆਰ ਕਰਦੇ ਧਨ ਪਦਾਰਥ ਨੂੰ ਹੀ ਕਰਦੇ ਹੈ। ਇੱਕ ਦੂਜੇ ਜੀਵ ਦਾ ਸਤਿਕਾਰ ਤਾਂ ਥੋੜਾ ਹੀ ਰਹਿ ਗਿਆ। ਸਾਧ ਸੰਗਤ ਫਰਮਾਨ ਕੀਤਾ ਜਾ ਰਿਹਾ ਹੈ, ਕਹਿੰਦੇ ਵੀ ਉਹ ਦੋਸਤ ਉਹ ਮਿੱਤਰ ਸਭ ਛੋੜ ਛਾੜ ਕੇ ਚਲੇ ਗਏ। ਕੋੜ ਪੱਕਾ ਪੈ ਗਿਆ ਇਸ ਨੂੰ, ਮਾਇਆ ਚਲੀ ਗਈ। ਪ੍ਰੇਮ ਚੰਦ ਤੋਂ ਖਾਲੀ ਪ੍ਰੇਮ ਹੀ ਰਹਿ ਗਿਆ। ਘਰ ਦੇ ਸੰਬੰਧੀ ਵੀ ਨਫ਼ਰਤ ਕਰਨ ਲੱਗ ਪਏ। घर वाली नूं जे कोई वचन कहे तो अग्यों चार चार सुणाउंदी है। एक समय इसने कोई मखौल करने वाली गल कह दी घर वाली नूं, वो तो पहले ही पल्ला छडाउण नूं फिरदी सी। कहण लगी तू बोलण नूं मरदा है, तैनूं छूत दा रोग, तैनूं कोड़ दा रोग पै गया। तेरे आप दे सारे साथ छड्ड गए, हुण तां मैं कल्ली ओ तेरे नाल सी, तू मेरा मखौल अड़ाउणा है, नाले मैं तेरी सेवा करदी है। ਲੈ ਤੇਰੀ ਛਪਰੀ ਪਿੰਡ ਤੋਂ ਬਾਹਰ ਜੰਗਲ ਦੇ ਵਿੱਚ ਪਾ ਦੇਣੀ ਹੈ, ਉੱਥੇ ਛੱਡਿਆਉਣਾ ਤੈਨੂੰ। ਘਰ ਵਾਲੀ ਦੇ ਇਹ ਬਚਨ ਇਸ ਨੂੰ ਤੀਰ ਸਮਾਨ ਲੱਗੇ। ਮਨ ਵਿੱਚ ਸੋਚਿਆ ਕਿ ਹੋਰ ਯਾਰ ਦੋਸਤ ਤਾਂ ਪਹਿਲਾਂ ਹੀ ਚੋਪੜੀ ਪ੍ਰੀਤ ਕਰਨ ਵਾਲੇ, ਆਪ ਦੇ ਸਵਾਦ ਵਾਸਤੇ, ਜੀਵ ਦੇ ਸਵਾਦ ਵਾਸਤੇ ਮੇਰੇ ਨਾਲ ਜੁੜੇ ਹੋਏ ਸਨ। ਅੱਜ ਤੱਕ ਘਰ ਵਾਲੀ ਨੇ ਵੀ ਬੋਲ ਕਬੋਲ ਬੋਲ ਦਿੱਤੇ। इस जीवन नालों तो मर जाना बेहतर है। चुप कीता घरों निकल गया। किसी उजाड़ वाले खूह विच छाल मार के मर जावां, ये मन विच संकल्प लैके चलदा जा रहा है। जदों जंगल विच पुज्जा, खूह दी मौन ते जाके बैठ गया। पास ही रस्ता सी, उत्तों च दुनिया आउंदी जांदी देखदा रहा। मरना किते सौखा पिया, कहता हरेक ही दिन मरण नूं चित करदा है। अज हुण जदों ये ध्यान नाल इधर उधर देख रहा है तां तीसरे पातशाह साहिब श्री गुरु अमरदास महाराज दे दर्शन करन वाले सतसंगी जन वाहिगुरू दा जस करदे गोविंदवाल साहिब वाल नूं जा रहे हन। इहने सोचा कि इन्हां नूं लंघ लैण दे पहलां, इन्हां दे लंघिਆਂ तो फिर छाल मारूंगा मैं, फिर मैं खूह विच छाल मार के अपना आपा वार देंगा, मर जावांगा, सारिਆਂ तो छुटकारा लै लवांगा। जे मैं इन्हां दे आउंदे आउंदे छाल मारती, कढ लैणा इन्हां ने मैनूं। मैं जीउणा नहीं चाहुंदा, मैं मुक्त होना चाहुंदा, सारिਆਂ तो खैड़ा छडाउणा चाहुंदा हां। जदों संगत पास पुजी, संगत पासों उन्हें शब्द सुने, गुरु दी महिमा करदे जांदे हन, गुरु का जस करते जाते। जिमें पुराने बजुर्ग तुर के महापुरुषों की दीवान सुनन जाया करते, वो शब्द धारना पढ़ते जाते होंदे सन। जामा बलिहार जी मैं अपने गुरां तो। जदों किते सचखंड दरबार साहब नेड़े आ जाना, उन्होंने कहना सानू वासना फुल्लां दी आवे, सचखंड नेड़े आ गया। इस तरह के शब्द पढ़ते जाना। चंदन बन जाते ने चंदन कोल रहिंदे जेड़े, इस तरह के शब्द पढ़ते जाते ने। भावपूर्तक शब्द पढ़े जा रहे हैं। मन आनंदित हो गया। उन्हां दे मूहों सतगुरां दी महिमा सुन के मन आनंदित हो गया। तड़फदा होया मन शांत हो गया, दुखी होया शरीर शांत हो गया। साध संगत प्रेमा फुट फुट के संगत अगे अपना सारा दुख दसदा है कि मेरे नाल इस तरह दे नाल होया। संगत नूं बड़ा तरस आ गया। इस नूं नाल ही लैके गोविंदवाल साहिब पुज गए। हजूर दे दरबार तो बाहर ही छड़ दिता, जिथे कुश्ती ते होर भांत भांत दे रोगी रहिंदे सन। गुरु दे लंगरों इन्हां नूं प्रशादा इत्थे पहुंच जांदा सी। इस प्रेमे ने गुरुद्वारा साहिब तो दूर ही दर्शन कर दिते। धूड़ मस्तक नूं लाई जांदा है और मस्ती दे विच गाउंदा भी रहिंदा है। गुर प्रताप सूरज ग्रंथ चूड़ामणि कृत की लिखिया है, राग कवित न भानी जानै, बिन जानो ही बदन बखानै, कै दृष्टांत बाक कछ मोटा, मुझ अब लद्दा गया कसौटा। सुनो जोहाना कहो बडेरा, गया कछौटा लद्दा मेरा, जब कब प्रेम हृदय अधिकावै, गया कछौटा लद्दा गावै।
मेरा कसौटा, मेरी बीमारी, मेरा दुख चलिया गया, मेरा रोग खत्म हो गया, मेरे रोग घट गए, मुक गए। इस तरह ਦੀਆਂ ਬੇਨਤੀਆਂ करदा हर समय यही गाई जाता है। सिख सुन के बड़े प्रसन्न हुंदे है, ਉਹਦੇ ਪਾਸੋਂ बार-बार पढ़ाउंदे है, ਉਹ फिर गाउंदा है, फिर गाउंदा है। सुन के सिखां नूं तरस आया। हजूर दे पास बेनती करदे, महाराज इस गरीबड़े दुखी पर किरपा कर दो। महाराज सुन के चुप कर जाते हैं, हजे समा नहीं आया। कई बार असीं धक्का करते हैं ना, मैनू 10 दिन हो गए बाणी पढ़दे, मेरा दुख क्यों नहीं कट्टिया गया, मैनू 20 दिन हो गए पाठ करदे, दुख क्यों नहीं कट्टिया गया। सच्चे पातशाह ने 20 दिन नहीं लाने, सतगुरां ने तो 2 मिनट लाने ने दुख कट्टण नूं। पर पहला तू आपदे कर्म तां बना। तुहाडे पास जे 50 रुपए होणगे तां ही चीनी लाओगे ना, जे कोल पैसे नहीं हैगे कही जाओ चीनी दे दिओ, कहूगा लै लो जिन्नी मर्जी। तुसीं कहोगे चीनी दे दो मैनू 1 किलो, वो कहेगा लै लो जिन्नी मर्जी। जदों तुसीं पैसे उसदे अगे रख दोगे, अगला उस वेले तोल के तुहानूं पकड़ा देगा, आ ले चक लै जा। हुण जिन्नी देर तक साडा हिरदा भजन दे नाल भरपूर नहीं हुंदा, पाप कर्म कट्टण जोगा सिमरन नहीं हुंदा, पाप कट्टे किद्दां जाण। सतगुरु मुस्कुरा के छड़ दिंदे हन। काफ़ी समा बतीत हो गया, अज मेहरां दे साईं तुरठे हन, रहमत दे घर विच आए, बख्शिशां बरता रहे हन। कहेगा कोई सिख जाओ साडे इशनान वाले जल दे विच उस प्रेमे दा इशनान करा दो। कसुंबे रंग दे कपड़े विच लपेट के साडे पास लैके आओ, लाल रंग उहदे उत्ते, लाल रंग दी चादर दे विच लपेट के ਉਹਨੂੰ ਸਾਡੇ ਪਾस ਲੈ ਕੇ ਆਓ। ਜਿਹੜਾ ਇਹ ਸੇਵਾ ਕਰੇਗਾ ਉਹਦੀਆਂ ਸਭੇ ਮਨੋਕਾਮਨਾ ਪੂਰੀਆਂ ਹੋਣਗੀਆਂ। ਹਜੂਰ ਦਾ ਬਚਨ ਸੁਣ ਕੇ ਇਸ ਤਰ੍ਹਾਂ ਹੀ ਕੀਤਾ ਗਿਆ। ਜਿੱਥੇ ਸਤਿਗੁਰਾਂ ਦਾ ਇਸ਼ਨਾਨ ਕੀਤਾ ਹੋਇਆ, ਵਾਸ਼ਰੂਮ ਚੋਂ ਪਾਣੀ ਬਾਹਰ ਗਿਆ ਸੀ, ਉੱਥੇ ਚਲੇ ਦੇ ਵਿੱਚ ਉਸ ਦਾ ਇਸ਼ਨਾਨ ਕਰਵਾ ਕੇ ਗੁਰੂ ਜੀ ਦੇ ਪਾਸ ਲੈ ਆਂਦਾ, ਕੱਪੜੇ 'ਚ ਲਪੇਟ ਕੇ। ਉਸ ਵੇਲੇ ਸਤਿਗੁਰੂ ਸਿੰਘਾਸਨ ਦੇ ਉੱਪਰ ਸਜੇ ਹੋਏ ਉੱਠ ਕੇ ਆਪਣੇ ਹੱਥੀਂ ਪ੍ਰੇਮੇ ਦਾ ਮੂੰਹ ਨੰਗਾ ਕਰਦੇ ਹਨ ਉਸ ਕੱਪੜੇ ਦੇ ਵਿੱਚੋਂ। ਜਦ ਹਜ਼ੂਰ ਦੀ ਦ੍ਰਿਸ਼ਟੀ ਉਹਦੇ ਸਰੀਰ ਦੇ ਉੱਤੇ ਪਈ, ਲੋਹੇ ਤੋਂ ਮੈਂ ਲਾਲ ਹੋ ਗਿਆ। ਜਦੋਂ ਨਦਰ ਗੁਰਾਂ ਨੇ ਮਾਰੀ, ਲੋਹੇ ਤੋਂ ਮੈਂ ਲਾਲ ਹੋ ਗਿਆ। ਕੰਚਨ ਵਰਗਾ, ਸੋਨੇ ਵਰਗਾ ਸਰੀਰ ਹੋ ਗਿਆ। ਸਾਰੀ ਬਿਮਾਰੀ ਸਤਿਗੁਰਾਂ ਨੇ ਉਸਦੀ ਖਤਮ ਕਰ ਦਿੱਤੀ। ਸਿੱਖ ਦੇਖ ਕੇ ਹੈਰਾਨ ਹੋ ਗਏ, ਬੇਨਤੀ ਕੀਤੀ, ਮਹਾਰਾਜ ਇਹ ਤਾਂ ਇੱਕ ਲਾੜੇ ਵਰਗਾ ਬਣਿਆ ਲੱਗਦਾ ਹੈ, ਜਿਵੇਂ ਵਿਆਹ ਵਾਲਾ ਮੁੰਡਾ ਨਹੀਂ ਤਿਆਰ ਕੀਤਾ ਹੁੰਦਾ। ਸੁੰਦਰ ਸੋਹਣਾ ਸਰੀਰ ਇਸ ਦਾ। ਸਤਿਗੁਰੂ ਕਹਿਣ ਲੱਗੇ, ਇਹ ਵੀ ਬਚਨ ਤੁਹਾਡਾ ਹੁਣੇ ਪੂਰਾ ਕਰ ਦਿੰਦੇ ਹਾਂ। ਕੋਈ ਹੈ ਅਜਿਹਾ ਸਿੱਖ ਜੋ ਆਪਣੀ ਪੁੱਤਰੀ ਦਾ ਨਾਤਾ ਇਸ ਨੂੰ ਦੇ ਦੇਵੇ? ਹੈ ਭਾਈ ਤੁਹਾਡੇ ਵਿੱਚ ਕੋਈ? ਉਹਦੇ ਤੇ ਸਾਡੀ ਅਤਿਅੰਤ ਪ੍ਰਸੰਨਤਾ ਹੋ ਜਾਏਗੀ। ਗੁਰਪ੍ਰਤਾਪ ਸੂਰਜ ਗ੍ਰੰਥ ਰਾਸ ਪਹਿਲੀ ਆਂਸੂ 60 ਦੇ ਵਿੱਚ ਕੀ ਫਰਮਾਨ ਕਰਦੇ ਹੈ? ਸਭਾ ਮਝਾਰੀ ਕਹਿਓ ਗੁਰਬੈਨ, ਤਨੁਜਾ ਹੈ ਜੈਸੇ ਕੇ ਐਨ, ਮਮ ਆਇਸ ਤੇ ਇਸਕੋ ਦੇਵੈ, ਲੋਕ ਪਰਲੋਕ ਆਨੰਦ ਸੋ ਲੇਵੈ। ਹੈ ਕੋਈ ਭਾਈ ਜਿਹੜਾ ਇਸ ਪ੍ਰੇਮੀ ਨੂੰ ਆਪਣੀ ਬੇਟੀ ਦਾ ਵਿਆਹ ਕਰ ਦੇਵੇ? ਇਹ ਗੱਲ ਸੁਣ ਕੇ ਸਾਰੇ ਸਿੱਖ ਘਬਰਾ ਗਏ, ਕਿਉਂਕਿ ਨਾ ਇਹਦਾ ਪਤਾ ਸੀ ਕੌਣ ਹੈ, ਕਿੱਥੋਂ ਹੈ, ਔਰ ਇਸ ਐਸੀ ਬਿਮਾਰੀ ਇਸ ਨੂੰ ਭਿਆਨਕ ਕੋੜ ਦੀ ਬਿਮਾਰੀ, ਪੱਕੇ ਰੋਗ ਦੀ ਬਿਮਾਰੀ ਸੀ ਇਸ ਨੂੰ। ਇੱਕੋ ਇੱਕ ਸਿੱਖ ਸਾਧ ਸੰਗਤ ਸਾਰੀ ਸੰਗਤ ਵਿੱਚੋਂ ਨਿਤਰਿਆ। ਉੱਪਲ ਉਸ ਦਾ ਗੋਤ ਸੀ, ਨਾਮ ਸੀ ਸਿੰਘਾਂ ਖੱਤਰੀ। ਗ੍ਰੰਥ ਵਿੱਚ ਸਿੰਘਾਂ ਉੱਪਲ ਵੀ ਲਿਖਿਆ ਹੋਇਆ ਮਿਲਦਾ ਹੈ। ਉਸਨੇ ਆਪਣੀ ਘਰ ਵਾਲੀ ਬੀਬੀ ਨੂੰ ਲੰਗਰ ਦੀ ਸੇਵਾ ਵਾਸਤੇ ਭੇਜ ਦਿੱਤਾ। ਉਹਦਾ ਸੁਭਾਅ ਬੜਾ ਸਖਤ ਸੀ। ਉਹ ਵੀ ਬਸ ਜਿਹੜੀ ਗੱਲ ਤੇ ਅੜ ਜਾਂਦੀ ਸੀ ਨਾ, ਤ੍ਰਿਆ ਹੱਠ ਵਾਲੀ ਹੋਇਆ ਕਰਦੀ ਸੀ। ਉਹ ਉਸ ਨੂੰ ਲੰਗਰ ਵੱਲ ਭੇਜ ਦਿੱਤਾ ਔਰ ਆਪਣੀ ਲੜਕੀ ਨੂੰ ਲਿਆ ਹਾਜ਼ਰ ਸਤਿਗੁਰਾਂ ਦੇ ਸਨਮੁਖ ਕਰ ਦਿੱਤਾ। ਹਜੂਰ ਨੇ ਉਸ ਬੱਚੀ ਦਾ ਪ੍ਰੇਮੀ ਦੇ ਨਾਲ ਆਨੰਦ ਪੜਾ ਦਿੱਤਾ, ਵਿਆਹ ਕਰ ਦਿੱਤਾ, ਸਿੰਘੇ ਨੂੰ ਨਿਹਾਲ ਕਰ ਦਿੱਤਾ। ਜਦ ਸਿੰਘੇ ਦੇ ਘਰ ਵਾਲੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਧੀ ਦਾ ਵਿਆਹ ਕੁਸ਼ਤੀ ਨਾਲ, ਕੋੜੀ ਨਾਲ ਕਰ ਦਿੱਤਾ ਗਿਆ ਹੈ, ਉਸੇ ਵੇਲੇ ਦੌੜ ਕੇ ਆਈ, ਮਰਦੇ ਪਾਸ ਆ ਕੇ ਰੋਣ ਲੱਗੀ ਕਿ ਮੇਰੀ ਧੀ ਕਿਹਦੇ ਨਾਲ ਵਿਆਹਤੀ ਤੁਸੀਂ ਮਹਾਰਾਜ? ਕੋੜੀ ਨਾਲ।
ਕੁਸ਼ਤੀ ਦੇ ਨਾਲ ਵਿਆਹਤੀ। ਇਹ ਗੱਲ ਸੁਣ ਕੇ ਹਜ਼ੂਰ ਨੇ ਕਿਹਾ ਕਿ ਇਹ ਲੜਕਾ ਹੁਣ ਸਾਡਾ ਪੁੱਤਰ ਹੋ ਚੁੱਕਿਆ ਹੈ, ਕੋੜੀ ਨਹੀਂ ਰਹੇਗਾ, ਸਾਡਾ ਪੁੱਤਰ ਹੈ। ਤੂੰ ਕੋਈ ਫਿਕਰ ਨਾ ਕਰ, ਅੱਜ ਤੋਂ ਤੇਰੀ ਧੀ ਦਾ ਨਾਮ ਅਸੀਂ ਮਥੋ ਰੱਖ ਦਿੱਤਾ ਔਰ ਇਸ ਦਾ ਨਾਮ ਮੁਰਾਰੀ ਰੱਖ ਦਿੱਤਾ ਹੈ। ਜੋ ਸਿੱਖ ਮਥੋ ਮੁਰਾਰੀ ਦਾ ਜਾਪ ਕਰੇਗਾ ਉਹ ਜਮਾਂ ਦੇ ਫੰਦੇ ਤੋਂ ਮੁਕਤ ਹੋ ਜਾਏਗਾ, ਜਮ ਉਸ ਨੂੰ ਦਿਖਾਈ ਤੱਕ ਵੀ ਨਹੀਂ ਦੇਣਗੇ। ਇਉਂ ਕਹਿ ਕੇ ਮੰਜੀ ਬਖਸ਼ ਦਿੱਤੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਪਰੰਪਾਰ ਕਿਰਪਾ ਦੇ ਘਰ ਵਿੱਚ ਆਏ ਔਰ ਜਿਵੇਂ ਆਪਾਂ ਬੇਨਤੀ ਕਰਦੇ ਹਾਂ ਕਿ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ, ਇਵੇਂ ਪ੍ਰਫੁੱਲਤਾ ਪ੍ਰਦਾਨ ਕਰ ਦਿੱਤੀ। ਇਸ ਗੱਦੀ ਪਰ ਅੱਜ ਕੱਲ੍ਹ ਸਾਧ ਸੰਗਤ ਜੀ ਉਸ ਜਗ੍ਹਾ ਦੇ ਉੱਤੇ ਸਾਧੂ ਸੰਤ ਮਹਾਪੁਰਸ਼ ਵੀ ਸਜੇ ਹੋਏ ਹਨ ਜੋ ਹੁਣ ਤੱਕ ਵੀ ਸੰਗਤਾਂ ਦਾ ਭਲਾ ਕਰਦੇ ਹਨ। ਜਿਹੜੀ ਗੱਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦੀ ਗੱਦੀ ਚਲਾਤੀ ਮੱਥੋ ਮੁਰਾਰੀ ਦੀ, ਇਹ ਮਹਾਪੁਰਸ਼ਾਂ ਦੀ ਪੁੰਨ ਸਿਮਰਤੀ। ਰੋਹਤਕ ਭਵਾਨੀ ਰੋਡ ਤੇ ਇੱਕ ਨਵਾਂ ਹਰਮੰਦਰ ਬਣਿਆ, ਉਸ ਜਗ੍ਹਾ ਦੇ ਉੱਤੇ ਉਹਨਾਂ ਦਾ ਅਸਥਾਨ ਵੀ ਬਣਿਆ ਹੋਇਆ ਹੈ। ਸੋ ਦਾਸ ਦਾ ਕਹਿਣ ਦਾ ਭਾਵ ਇਹ ਹੈ ਕਿ ਸਤਿਗੁਰਾਂ ਦੀ ਬਾਣੀ ਪਾਛੰ ਕ੍ਰੋਤ ਅਗਰਣੀ ਵਹਿ ਨਿਰਾਸੰ ਆਸ ਪੂਰਣੈ ਨਿਰਤਨ ਭਯੰ ਧਨਵੰਤੈ ਰੋਗੀਆਂ ਰੋਗ ਖੰਡਣੈ। ਰੋਗੀਆਂ ਦੇ ਰੋਗ ਕੱਟ ਕੇ ਬਸ ਨਹੀਂ ਕੀਤਾ, ਸਗੋਂ ਆਪ ਦਾ ਪੁੱਤਰ ਧੀ ਬਣਾ ਲਿਆ ਸਤਿਗੁਰਾਂ ਨੇ। ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ। ਭਗਤ ਜਨ ਬੇਨਤੀਆਂ ਕਰਦੇ ਨੇ ਸਾਨੂੰ ਭਗਤੀ ਬਖਸ਼ੋ। ਜਿਵੇਂ ਸੰਸਾਰੀ ਲੋਕ ਸੰਸਾਰੀ ਵਸਤੂਆਂ ਮੰਗਦੇ ਐ, ਇਵੇਂ ਭਗਤ ਜਨ ਸੰਤ ਲੋਕ ਨਾਮ ਸਿਮਰਨ ਦੀ ਤੇਲ ਧਾਰਵਤ ਸਮਾਧੀ ਮੰਗਦੇ ਹੈ ਕਿ ਅਸੀਂ ਸਮਾਧੀ ਚ ਲੀਨ ਹੋ ਜਾਈਏ, ਪਰਮੇਸ਼ਰ ਦਾ ਦੀਦਾਰ ਹੋ ਜਾ। ਐਸੇ ਪ੍ਰੇਮੀ ਘੱਟ ਹੁੰਦੇ ਐ, ਸੈਂਕੜਿਆਂ ਦੇ ਵਿੱਚੋਂ ਇੱਕ ਅੱਧਾ ਹੁੰਦਾ ਜਿਹੜਾ ਕਹਿੰਦਾ ਮੇਰਾ ਨਾਮ ਚੱਲ ਪਵੇ, ਮੇਰਾ ਭਜਨ ਸਿਮਰਨ ਚੱਲ ਪਵੇ, ਮੈਂ ਨਿਰੰਤਰ ਪਰਮੇਸ਼ਰ ਦੇ ਨਾਲ ਜੁੜ ਜਾਵਾਂ। ਐਸੇ ਪ੍ਰੇਮੀ ਬਿਲਕੁਲ ਥੋੜੇ ਹੋਇਆ ਕਰਦੇ ਹਨ। ਸੋ ਸੰਸਾਰੀ ਵਸਤੂਆਂ ਮੰਗਣ ਵਾਲਿਆਂ ਦਾ ਅੰਤ ਕੋਈ ਨਹੀਂ ਹੈ। ਭਗਤਿਅੰ ਭਗਤ ਦਾਨੰ, ਜਿਹੜੇ ਭਗਤ ਜਨ ਹਨ, ਜਿਹੜੇ ਮੈਡੀਟੇਸ਼ਨ ਮੰਗਦੇ ਹਨ ਸਾਧ ਸੰਗਤ ਜੀ, ਉਹਨਾਂ ਨੂੰ ਵਾਹਿਗੁਰੂ ਕੀ ਕਿਰਪਾ ਕਰਦੇ ਹਨ। ਐਸੀ ਦਾਤ ਉਹਨਾਂ ਨੂੰ ਕਹਿੰਦੇ ਨੇ wake up early on the morning, giving the shower, after go to the deep meditation, after some time you meet to God। ਤੁਸੀਂ ਪਰਮੇਸ਼ਰ ਦੇ ਨਾਲ ਮਿਲ ਸਕਦੇ ਹੋ, ਤੁਸੀਂ ਭਗਤੀ ਵਿੱਚ ਲੀਨਤਾ ਹੋਵੋ, ਕਿਉਂਕਿ God love is sweet fruit in the garden of the life। ਪਰਮੇਸ਼ਰ ਦੀ ਭਗਤੀ ਕਰਨਾ ਹੀ ਜ਼ਿੰਦਗੀ ਦਾ ਅਸਲੀ ਫਲ ਛਕਣਾ ਹੈ। ਕਰਮਾਂ ਵਾਲੇ ਭਾਗਾਂ ਵਾਲੇ ਇਸ ਆਨੰਦ ਨੂੰ ਪ੍ਰਾਪਤ ਕਰਦੇ ਹਨ। ਜਿਹੜੇ ਸਤਿਗੁਰਾਂ ਤੋਂ ਭਗਤੀ ਦੀ ਦਾਤ ਮੰਗਦੇ ਹੈ ਨਾ, ਮੈਡੀਟੇਸ਼ਨ ਦੀ, ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ, ਉਹਨਾਂ ਨੂੰ ਨਾਮ ਸਿਮਰਨ ਭਜਨ ਬੰਦਗੀ ਕੀਰਤੀ ਦਾ ਜਸ ਦੇ ਦਿੰਦੇ ਹੈ। ਚਾਹੇ ਕੀਰਤਨ ਆਉਂਦਾ ਵੀ ਨਾ ਹੋਵੇ, ਜਦੋਂ ਪਰਮੇਸ਼ਰ ਕਿਰਪਾ ਕਰ ਦਿੰਦੇ ਹੈ ਉਹਦੀ ਰਸਨਾ ਚ ਰਸ ਭਰ ਜਾਂਦਾ ਹੈ। ਬਾਬਾ ਜਵੰਦ ਸਿੰਘ ਬਾਬਾ ਆਨੰਦ ਸਿੰਘ ਹੋਣਾ ਨੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪ੍ਰਗਟ ਕੀਤਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਮੰਗੋ ਕੀ ਮੰਗਦੇ ਹੋ? ਬਾਬਾ ਜਵੰਦ ਸਿੰਘ ਕਹਿੰਦੇ ਮਹਾਰਾਜ ਕੀਰਤਨ ਕਰਨ ਦਾ ਮੇਰਾ ਸ਼ੌਂਕ ਬੜਾ ਹੈ, ਪਰ ਜਦੋਂ ਮੈਂ ਕੀਰਤਨ ਕਰਦਾ ਹੁੰਨਾ ਸੰਗਤ ਉੱਠ ਕੇ ਚਲੀ ਜਾਂਦੀ ਹੈ। ਮੇਰੇ ਕੀਰਤਨ 'ਚ ਰਸ ਨਹੀਂ ਹੈਗਾ ਬਿਲਕੁਲ, ਮੇਰੇ ਕੀਰਤਨ ਦੇ ਵਿੱਚ ਭਗਤੀ ਭਾਵ ਹੈ ਨਹੀਂ। ਹੇ ਮਹਾਰਾਜ, ਜੇ ਤੁਸੀਂ ਤੁਰੁੱਠੇ ਹੋ ਤਾਂ ਕਿਰਪਾ ਕਰਕੇ ਮੇਰੇ ਕੀਰਤਨ 'ਚ ਰਸ ਭਰ ਦਿਓ, ਦਇਆ ਕਰੋ। ਮਹਾਰਾਜ ਕਹਿਣ ਲੱਗੇ ਸਿਰ ਤੇ ਹੱਥ ਰੱਖ ਕੇ, ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਐ ਜਵੰਦ ਸਿੰਘ, ਜਦੋਂ ਤੂੰ ਸਮਾਧੀ ਚ ਲੀਨ ਹੋ ਕੇ ਕੀਰਤਨ ਕਰਿਆ ਕਰੇਗਾ, ਤੈਨੂੰ ਵੀ ਅਤੇ ਜਿਹੜੀਆਂ ਸੰਗਤਾਂ ਸਮਾਧੀ ਚ ਲੀਨ ਹੋ ਕਰਕੇ ਤੇਰਾ ਕੀਰਤਨ ਸੁਣਿਆ ਕਰਨਗੀਆਂ, ਪਰਮੇਸ਼ਰ ਦਾ ਜਸ ਸੁਣਿਆ ਕਰਨਗੀਆਂ, ਉਹਨਾਂ ਨੂੰ ਵੀ ਅਸੀਂ ਸਾਖਸ਼ਾਤ ਦਰਸ਼ਨ ਦਿਆ ਕਰਾਂਗੇ। ਉਹਨਾਂ ਨੂੰ ਦਰਸ਼ਨ ਹੋਇਆ ਕਰਨਗੇ, ਸਾਡੇ ਕਿਰਪਾ ਹੋਇਆ ਕਰੇਗੀ, ਸਾਡੀ ਰਹਿਮਤ ਹੋਇਆ ਕਰੇਗੀ ਸਾਡੀ। ਪਰ ਜਿਹੜੀਆਂ ਸੰਗਤਾਂ ਧਿਆਨ ਇਕਾਗਰ ਕਰਕੇ ਕੀਰਤਨ ਸੁਣਨਗੀਆਂ ਅਤੇ ਤੂੰ ਧਿਆਨ ਇਕਾਗਰ ਕਰਕੇ ਕੀਰਤਨ ਕਰੇਗਾ, ਇਹ ਦਾਤ ਅਸੀਂ ਤੈਨੂੰ ਦੇ ਦਿੱਤੀ ਹੋਈ ਹੈ।
ਜਿੰਨੀ ਦੇਰ ਤੱਕ ਉਹ ਸਰੀਰ ਕਰਕੇ ਰਹੇ, ਜਿੰਨਾ ਵੀ ਕੀਰਤਨ ਕਰਦੇ ਸਮਾਧੀ ਚ ਲੀਨ ਹੋ ਕੇ ਖੁਦ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਦੀਦਾਰ ਹੁੰਦਾ ਔਰ ਸੰਗਤਾਂ ਨੂੰ ਵੀ ਦੀਦਾਰ ਹੁੰਦਾ। ਭਗਤਿੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ। ਆਖਰੀ ਪੰਕਤੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕਰ ਦਿੱਤਾ ਹੈ, ਪਾਰ ਬ੍ਰਹਮ ਪੁਰਖ ਦਾਤਾ ਰਹਿ ਨਾਨਕ ਗੁਰ ਸੇਵਾ ਕਿੰਗ ਨਾ ਲੱਭੇ ਅਤੇ। हे ਸੱਚੇ ਪਾਤਸ਼ਾਹ, ਸਰਵ ਵਿਆਪਕ ਪ੍ਰਭੂ, ਸਭ ਦਾਤਾਂ ਦੇਣ ਵਾਲੇ ਹੋ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੀ ਸੇਵਾ ਦੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਕੋਲੋਂ ਸਭ ਕੁਝ ਮਿਲ ਜਾਂਦਾ। ਕੀ ਨਹੀਂ ਮਿਲਦਾ? ਕਹਿੰਦੇ ਗੁਰ ਸੇਵਾ ਕਿੰਗ ਨਾ ਲੱਭੇ ਅਤੇ ਕੀ ਨਹੀਂ ਮਿਲਦਾ ਗੁਰੂ ਦੀ ਸੇਵਾ ਚੋਂ? ਤੁਸੀਂ 3 ਦਿਨ ਗੁਰੂ ਦੀ ਸੇਵਾ ਕੀਤੀ ਹੈ। ਜਿਨ੍ਹਾਂ ਨੇ ਸ਼ਰਧਾ ਨਾਲ, ਭਾਵਨਾ ਨਾਲ, ਵਿਸ਼ਵਾਸ ਅਤੇ ਭਰੋਸੇ ਦੇ ਨਾਲ ਸੇਵਾ ਕੀਤੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀਆਂ ਸਭੇ ਮਨੋਕਾਮਨਾਵਾਂ ਪੂਰੀਆਂ ਕਰ ਰਹੇ ਹਨ, ਉਹਨਾਂ ਦੇ ਸਭੇ ਦੁੱਖਾਂ ਦਾ ਨਾਸ਼ ਕਰ ਰਹੇ ਹਨ। ਸੋ ਇੱਕ ਕੰਡੀਸ਼ਨ ਹੈ ਕਿ ਸੰਗਤਾਂ ਨੇ ਜਦੋਂ ਵੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਉਣਾ, ਨਾਮ ਜਪਣਾ ਜ਼ਰੂਰੀ ਹੈ, ਭਜਨ ਕਰਨਾ ਜ਼ਰੂਰੀ ਹੈ, ਬੰਦਗੀ ਕਰਨੀ ਜ਼ਰੂਰੀ ਹੈ। ਇਹ ਨਾ ਹੋਵੇ ਕਿ ਬਿਨਾਂ ਨਾਮ ਜਪਿਆ, ਬਿਨਾਂ ਭਜਨ ਕੀਤੇ ਹੀ ਅਸੀਂ ਸੋਚੀਏ ਕਿ ਸਾਨੂੰ ਆਹ ਵੀ ਮਿਲ ਜਾਏ, ਉਹ ਵੀ ਮਿਲ ਜਾਏ। ਨਹੀਂ, ਜਦੋਂ ਮਹਾਪੁਰਸ਼ ਆਉਂਦੇ ਹਨ, ਮਹਾਪੁਰਸ਼ਾਂ ਦੇ ਪ੍ਰਵਚਨ ਸੁਣਿਆ ਕਰੋ, ਬੰਦਗੀ ਵਾਲੀਆਂ ਰੂਹਾਂ ਦੇ ਦੀਦਾਰ ਕਰਿਆ ਕਰੋ। ਪਤਾ ਨਹੀਂ ਕਦੋਂ ਤੁਹਾਡੇ ਤੇ ਬੰਦਗੀ ਵਾਲਿਆਂ ਦੀ ਕਿਰਪਾ ਹੋ ਜਾਣੀ ਹੈ। ਲੋੜਾਂ ਵਾਲੇ ਹੈਣ ਕਨੇਰੇ, ਭਾਲ ਕੋਈ ਬੇਲੋੜੇ, ਬੇਲੋੜੇ ਜੇ ਮਿਲ ਜਾਣ ਤੈਨੂੰ, ਤੂੰ ਝਾੜ ਉਹਨਾਂ ਦੇ ਜੋੜੇ। ਸਾਧ ਸੰਗਤ ਜੀ, ਦੁਨੀਆ ਮੂਹਰੇ ਤਾਂ ਸੱਚੇ ਬੜੇ ਹੁੰਦੇਗਾ, ਦੁਨੀਆ ਨੂੰ ਤਾਂ ਖੁਸ਼ ਕਰਨ ਦਾ ਬੜਾ ਪ੍ਰਯਤਨ ਕਰਦੇਗਾ, ਪਰ ਕਦੇ ਇਹ ਵੀ ਸਮਾਂ ਹੋਵੇ ਕਿ ਅਸੀਂ ਵਾਹਿਗੁਰੂ ਜੀ ਨੂੰ ਵੀ ਖੁਸ਼ ਕਰੀਏ। ਤੁਸੀਂ ਦੇਖਦੇ ਹੋ ਨਾ, ਅਸੀਂ ਸਤਿਗੁਰੂ ਦੇ ਸਾਹਮਣੇ ਆਉਂਦੇ ਹਾਂ, ਆ ਕਰਕੇ ਨਮਸਕਾਰ ਕਰਕੇ ਮੁੜ ਜਾਂਦੇ ਹਾਂ। ਇੱਕ ਸ਼ਬਦ ਸੁਣਦੇ ਆ ਨਾ, ਤੂੰ ਮੇਰਾ ਪਿਤਾ, ਜਿਵੇਂ ਰਾਤ ਭਾਈ ਪੱਲਾ ਕਹਿ ਰਿਹਾ ਸੀ ਸਤਿਗੁਰਾਂ ਨੂੰ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਅਸੀਂ ਆਉਂਦੇ ਤਾਂ ਹਾਂ, ਨਮਸਕਾਰ ਕਰਕੇ ਮੁੜ ਜਾਂਦੇ ਹਾਂ। ਕਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਸੇ ਨੇ ਕਿਹਾ ਕਿ ਤੂੰ ਮੇਰੀ ਮਾਤਾ ਹੈ ਜੀ, ਤੂੰ ਮੇਰਾ ਪਿਤਾ ਹੈ ਜੀ, ਕਿਰਪਾ ਕਰੋ ਮਹਾਰਾਜ, ਮੇਰੇ ਦੁੱਖ ਕੱਟ ਦਿਓ, ਮੇਰੇ ਕਸ਼ਟ ਕਲੇਸ਼ ਕੱਟ ਦਿਓ, ਰਹਿਮਤ ਕਰੋ, ਮੇਰੇ ਕੋਲ ਬੈਠ ਕੇ ਮੇਰਾ ਕਸ਼ਟ ਸੁਣੋ, ਦੁੱਖ ਸੁਣੋ ਅਤੇ ਕੱਟੋ ਮਹਾਰਾਜ। ਕਦੇ ਕਹਿੰਦਾ ਕੋਈ? ਸਾਧ ਸੰਗਤ ਜੀ, ਆਈ ਜਾਂਦੇ ਹਾਂ, ਜਾਈ ਜਾਂਦੇ ਹਾਂ। ਕਿਰਪਾ ਤਾਂ ਉਦੋਂ ਹੋਵੇਗੀ ਨਾ ਜਦੋਂ ਅਸੀਂ ਸੱਚੇ ਪਾਤਸ਼ਾਹ ਜੀ ਨੂੰ ਆਪ ਦਾ ਸੱਚਮੁੱਚ ਮਿੱਤਰ ਮੰਨਾਂਗੇ, ਸੱਚਮੁੱਚ ਪਿਆਰਾ ਮੰਨਾਂਗੇ, ਸੱਚਮੁੱਚ ਮਨ ਦੇ ਵਿੱਚ ਸ਼ਰਧਾ ਧਾਰਨ ਕਰਕੇ ਉਹਨਾਂ ਦੇ ਨਾਲ ਪ੍ਰੀਤ ਪਾਵਾਂਗੇ। ਸੋ ਸਾਧ ਸੰਗਤ, ਅਸੀਂ ਜਥੇ ਸਮੇਤ ਅਤੇ ਸਾਰੀ ਸੰਗਤ ਆਪ ਪਰਿਵਾਰ ਦੇ ਉੱਤੇ ਪ੍ਰਸੰਨ ਹਾਂ। ਸਤਿਗੁਰੂ ਕਿਰਪਾ ਕਰਨ, ਇਹ ਪਰਿਵਾਰ ਨੇ ਜੋ ਭੈਣ ਜੀ ਹੁਣਾਂ ਦੀ ਅੱਖਾਂ ਦੀ ਰੌਸ਼ਨੀ ਘਟ ਚੁੱਕੀ ਹੈ, ਉਸ ਵਾਸਤੇ ਅਰਦਾਸ ਬੇਨਤੀ ਕਰਨੀ ਹੈ। ਕਿਉਂਕਿ ਜਦੋਂ ਤਾਰਾ ਰਾਣੀ ਸਤ ਸੰਗਤ ਵਿੱਚ ਗਈ ਸੀ ਨਾ, ਉਹਦੇ ਘਰ ਵਾਲੇ ਨੇ ਉਹਦਾ ਜੋੜਾ ਚੋਰੀ ਕਰ ਲਿਆ ਸੀ। ਮਹਾਪੁਰਸ਼ਾਂ ਨੂੰ ਕਹਿਣ ਲੱਗੀ, ਤਾਰਾ ਰਾਣੀ, ਮਹਾਰਾਜ ਜੇ ਮੈਂ ਬਿਨਾਂ ਜੋੜੇ ਤੋਂ ਚਲੀ ਗਈ ਨਾ, ਪੈਰਾਂ 'ਚ ਜੁੱਤੀ ਪਾਏ ਤੋਂ ਬਿਨਾਂ ਘਰ ਨੂੰ ਚਲੀ ਗਈ, ਰਾਜੂ ਨੇ ਮੁੜ ਕੇ ਸੰਗਤ ਨਹੀਂ ਕਰਨ ਦੇਣੀ ਮੈਨੂੰ। ਉਹ ਬੜਾ ਸ਼ੰਕਾਵਾਦੀ ਹੈ, ਤੁਸੀਂ ਕਿਰਪਾ ਕਰੋ ਮਹਾਰਾਜ, ਮੇਰਾ ਜੋੜਾ ਵਾਪਸ ਲੈ ਕੇ ਦਿਓ, ਫਿਰ ਕਿਰਪਾ ਹੋਏਗੀ, ਫਿਰ ਮੈਂ ਸਤਸੰਗ ਕਰ ਸਕਦੀ ਹਾਂ। ਸੰਗਤਾਂ ਨੇ ਰਲ ਕੇ ਅਰਦਾਸ ਕੀਤੀ ਸੀ। ਭਾਈ ਆ ਸੁਣੋ ਮੇਰਾ ਬਚਨ ਜਰਾ ਧਿਆਨ ਨਾਲ, ਗਾਹ ਨਾ ਪਾਓ, ਰੌਲਾ ਨਾ ਪਾਓ। ਸਾਧ ਸੰਗਤ, ਫਿਰ ਸੰਗਤਾਂ ਨੇ ਰਲ ਕੇ ਅਰਦਾਸ ਕੀਤੀ ਸੀ। ਰਾਜਾ ਤਾਂ ਇੱਕ ਜੁੱਤੀ ਚੱਕ ਕੇ ਲੈ ਆਇਆ ਸੀ, ਲਿਆ ਕੇ ਮਹਿਲਾਂ ਦੇ ਵਿੱਚ ਜਿੰਦਿਓ ਅੰਦਰ ਰੱਖ ਦਿੱਤੀ ਸੀ। ਉੱਥੇ ਜਦੋਂ ਮਹਾਪੁਰਸ਼ਾਂ ਨੇ ਅਰਦਾਸ ਕੀਤੀ ਸੰਗਤਾਂ ਦੇ ਨਾਲ ਰਲ ਕੇ, ਅੰਤਰ ਧਿਆਨ ਹੋ ਕਰਕੇ ਅੰਤਰ ਗੁਰ ਆਰਾਧਨਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਗੁਰ ਪੇਖਣਾ, ਸ਼ਰਵਣੀ ਸੁਨਣਾ ਗੁਰ ਨਾਉ। ਸਤਗੁਰ ਸੇਤੀ ਰਤਿਆਂ, ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਥ ਦੇ, ਜਗ ਮੈਂ ਉਤਮ ਕਾਢੀਐ, ਵਿਰਲੇ ਕੇਈ ਕੇ। ਉਹ ਵਿਰਲੇ ਸਰੋਤੇ ਹੁੰਦੇ ਨੇ ਜਿਹੜੇ ਧਿਆਨ ਦੀ ਇਕਾਗਰਤਾ ਰੱਖਿਆ ਕਰਦੇ ਹਨ। ਜਦੋਂ ਉਹਨਾਂ ਨੇ ਸਭ ਨੇ ਰਲ ਮਿਲ ਕਰਕੇ ਅਰਦਾਸ ਬੇਨਤੀ ਜੋਦੜੀ ਕੀਤੀ,
ਇੱਕ ਖੜਾਮ ਸਾਧ ਸੰਗਤ ਆਪਣੇ ਆਪ ਉੱਥੇ ਪ੍ਰਗਟ ਹੋ ਗਈ ਸੀ। ਇਹ ਇਤਿਹਾਸ ਸਾਡੇ ਪਾਸ ਗਵਾਹ ਹੈ ਇਹਨਾਂ ਬਚਨਾਂ ਦਾ। ਉਹ ਬੀਬੀ ਜਦੋਂ ਜੋੜਾ ਪਾ ਕੇ ਘਰ ਨੂੰ ਆਈ, ਮਹਿਲਾਂ ਦੇ ਵਿੱਚ ਪਹੁੰਚੀ ਹੈ। ਰਾਜਾ ਜਾਗਦਾ ਪਿਆ ਸੀ। ਜਦੋਂ ਰਾਜੇ ਨੇ ਦੇਖਿਆ ਰਾਣੀ ਪੈ ਗਈ, ਉਹਨੇ ਦੇਖਿਆ ਕਿ ਹੋਰ ਕਿਸੇ ਦਾ ਜੋੜਾ ਪਾ ਕੇ ਆਈ ਹੋਊਗੀ। ਜਦੋਂ ਦੇਖਿਆ ਦੋਨੋਂ ਹੀ ਪੈਰਾਂ ਦੇ ਵਿੱਚ ਜੋੜਾ ਪਾਇਆ ਹੋਇਆ, ਇੱਥੇ ਉਤਾਰ ਕੇ ਪੈ ਗਈ। ਜਦੋਂ ਜਿੰਦਾ ਖੋਲ ਕੇ ਜਿੰਦਿਓ ਅੰਦਰੋਂ ਅਲਮਾਰੀ ਚੋਂ ਕੱਢ ਕੇ ਦੇਖਿਆ, ਕੋਲ ਰੱਖਿਆ, ਉਹ ਤਾਂ ਚੋਰੀ ਕਰਕੇ ਲੈ ਕੇ ਆਇਆ ਸੀ ਕਿ ਰਾਣੀ ਕੋਲ ਇੱਕੋ ਹੀ ਜੋੜਾ ਰਹਿ ਗਿਆ। ਪਰ ਸਾਧ ਸੰਗਤ ਜੀ, ਜਦੋਂ ਜੋੜਾ ਕੋਲ ਰੱਖਿਆ ਤਾਂ 3 ਜੁੱਤੀਆਂ ਬਣ ਗਈਆਂ ਉੱਥੇ, 3 ਖੜਾਮਾਂ, 3 ਜੋੜੇ, 3 ਹੋ ਗਏ ਉੱਥੇ। ਕਹਿਣ ਤੋਂ ਭਾਵ ਕਿ ਸੰਗਤ ਦੇ ਵਿੱਚ ਬੜੀ ਤਕੜੀ ਪਾਵਰ ਹੈ। ਜਦੋਂ ਆਪਾਂ ਸੰਗਤ ਦੇ ਰੂਪ 'ਚ ਬੈਠੇ ਆ ਨਾ, ਜੁੜੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਸਤਿਗੁਰੂ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਾਰੀ ਸੰਗਤ ਦੇ ਵਿੱਚ ਵਾਹਿਗੁਰੂ ਦਾ ਨਿਵਾਸ ਹੁੰਦਾ। ਹੁਣ ਆਪਾਂ ਨੇ ਇਹ ਅਰਦਾਸ ਕਰਨੀ ਹੈ, ਹੇ ਸੱਚੇ ਪਾਤਸ਼ਾਹ, ਇਹ ਭੈਣ, ਜਿਸ ਭੈਣ ਦੇ ਸਰੀਰ ਤੇ ਕਸ਼ਟ ਹੈ, ਇਹਦਾ ਵੀ ਚਿੱਤ ਕਰਦਾ ਕਿ ਮੈਂ ਆਪਣੇ ਬੱਚਿਆਂ ਨੂੰ ਦੇਖਾਂ, ਮੈਂ ਆਪਣੇ ਪਰਿਵਾਰ ਦੀ ਸੇਵਾ ਕਰਾਂ, ਮੈਂ ਆਪਣੇ ਸੱਸ ਸਹੁਰੇ ਦੀ ਸੇਵਾ ਕਰਾਂ। ਇੰਨਾ ਵੱਡਾ ਕਸ਼ਟ ਜੋ ਇਹਨਾਂ ਦੇ ਉੱਤੇ ਆਇਆ, ਆਪਾਂ ਸਾਰਿਆਂ ਨੇ ਸੰਗਤ ਰੂਪ ਹੋ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਜੋਦੜੀ ਕਰਨੀ ਹੈ ਕਿ ਹੇ ਸੱਚੇ ਪਾਤਸ਼ਾਹ, ਕਿਰਪਾ ਕਰਕੇ ਇਸ ਬੀਬੀ ਭੈਣ ਨੂੰ ਵੀ ਸੁਖੀ ਜੀਵਨ ਪ੍ਰਦਾਨ ਕਰੋ, ਇਹਦੇ ਦੁੱਖਾਂ ਦਾ ਅੰਤ ਕਰੋ। ਇਹ ਵੀ ਆਪਣੇ ਪਰਿਵਾਰ ਵਿੱਚ ਰਲ ਮਿਲ ਕੇ ਬੈਠੇ ਖੁਸ਼ੀ ਵਾਲਾ ਜੀਵਨ ਬਤੀਤ ਕਰੇ। ਅਜੇ ਉਮਰ ਹੀ ਕੀ ਹੈ, ਛੋਟੀ ਜੀ ਆਰਬਲਾ ਦੇ ਵਿੱਚ ਹੀ ਇਤਨਾ ਵੱਡਾ ਕਸ਼ਟ, ਬੜਾ ਭਿਆਨਕ ਰੋਗ ਕਹਿ ਸਕਦੇ ਹਾਂ। ਸਤਿਗੁਰਾਂ ਦੇ ਚਰਨਾਂ 'ਚ ਜਦੋਂ ਬੇਨਤੀ ਕਰਾਂਗੇ, ਉਹਨਾਂ ਅੱਗੇ ਕੋਈ ਵੱਡੀ ਗੱਲ ਨਹੀਂ ਹੈ। ਡਾਕਟਰ ਜਵਾਬ ਦੇ ਸਕਦੇ ਹਨ। ਜਿੱਥੇ ਡਾਕਟਰੀ ਅਤੇ ਸਾਇੰਸ ਮੁੱਕ ਜਾਂਦੀ ਹੈ ਨਾ, ਉੱਥੋਂ ਵਾਹਿਗੁਰੂ ਜੀ ਦੀਆਂ ਸੰਤਾਂ ਮਹਾਂਪੁਰਸ਼ਾਂ ਦੀਆਂ ਕਿਰਪਾ ਸ਼ੁਰੂ ਹੁੰਦੀਆਂ ਨੇ। ਡਾਕਟਰ ਜਿੱਥੇ ਜਵਾਬ ਦੇ ਦਿੰਦੇ, ਕਹਿੰਦੇ ਨਹੀਂ ਹੁੰਦੇ ਕਈ ਵਾਰੀ, ਅਬ ਜੀ ਦਵਾਈ ਨਹੀਂ, ਦੁਆ ਹੀ ਕਾਮ ਕਰੇਗੀ। ਤੁਸੀਂ ਆਪਦੇ ਗੁਰੂਆਂ ਪੀਰਾਂ ਦੀ ਆਰਾਧਨਾ ਕਰੋ, ਤੁਸੀਂ ਸਾਧੂ ਸੰਤਾਂ ਨੂੰ ਯਾਦ ਕਰੋ, ਤੁਸੀਂ ਅਕਾਲ ਪੁਰਖ ਨੂੰ ਯਾਦ ਕਰੋ। ਹੁਣ ਤਾਂ ਸੱਚੇ ਪਾਤਸ਼ਾਹੀ ਬਾਹ ਫੜ ਸਕਦੇ ਐ, ਡਾਕਟਰਾਂ ਦੇ ਹੱਥ ਖੜੇ ਹੋ ਜਾਂਦੇ ਐ। ਡਾਕਟਰ ਆਪ ਕਹਿੰਦੇ ਨੇ ਕਿ ਆਪ ਦੇ ਰੱਬ ਨੂੰ ਯਾਦ ਕਰ ਲਓ। ਆਪਾਂ ਤਾਂ ਬੈਠੀ ਰੱਬ ਦੇ ਚਰਨਾਂ 'ਚ, ਭਗਵਾਨ ਦੇ ਚਰਨਾਂ 'ਚ। ਇਸ ਕਰਕੇ ਆਪਾਂ ਅਰਦਾਸ ਕਰਨੀ ਹੈ ਕਿ ਪਰਿਵਾਰ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣ। ਇੱਥੇ ਦਾਸ ਵੱਲੋਂ ਸਮਾਪਤੀ ਹੈ। 3 ਦਿਨ ਸਾਧ ਸੰਗਤ ਆਪ ਜੀ ਦੀ ਸੇਵਾ ਕਰਦਿਆਂ ਤੋਂ, ਸਤਿਗੁਰਾਂ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ, ਦਾਸ ਦੇ ਜਥੇ ਤੋਂ ਅਨੇਕਾਂ ਹੋਈਆਂ ਗਲਤੀਆਂ ਕਿਰਪਾ ਕਰਕੇ ਬਖਸ਼ਣ ਦੀ ਕਿਰਪਾਲਤਾ ਕਰਿਓ। ਫਿਰ ਸਮਾਂ ਬਣੇਗਾ, ਸ਼ਾਇਦ ਸੰਗਤਾਂ ਨੇ ਆਉਂਦੇ ਮਹੀਨੇ ਦੀ ਜਨਵਰੀ ਦੀ 7 ਤਰੀਕ ਲਈ ਹੈ। ਜਿਹੜੀਆਂ ਸੰਗਤਾਂ ਮਿਲਣ ਤੋਂ ਰਹਿ ਗਈਆਂ ਜਾਂ ਮਿਲਣਾ ਚਾਹੁੰਦੀਆਂ ਹਨ ਜਾਂ ਕੋਈ ਬੇਨਤੀ ਜੋਦੜੀ ਕਰਨੀ ਚਾਹੁੰਦੀਆਂ ਹਨ, 2021 ਦੇ ਵਿੱਚ 7 ਤਰੀਕ ਦਿਨ ਵੀਰਵਾਰ ਨੂੰ ਇੱਥੇ ਫਿਰ ਰੂਲੂ ਮਾਜਰੇ ਵਿੱਚ ਆਵਾਂਗੇ ਭਾਈ। ਫਿਰ ਸੰਗਤਾਂ ਨੂੰ ਮਿਲਾਂਗੇ, ਫਿਰ ਆਪ ਜੀ ਦੀਆਂ ਅਸੀਸਾਂ ਦੇ ਪਾਤਰ ਬਣਾਂਗੇ। ਮਿਲਿਓ ਅਤੇ ਅਸੀਸਾਂ ਦਿਓ। ਹੁਣ ਇੱਥੇ ਦਾਸਰਿਆਂ ਵੱਲੋਂ ਸਮਾਪਤੀ ਹੈ। ਅਰਦਾਸ ਬੇਨਤੀ ਕਰੀਏ ਰਲ ਮਿਲ ਕੇ। ਉਪਰੰਤ ਹੁਕਮਨਾਮਾ ਸਾਹਿਬ ਅਤੇ ਸਰੂਪ ਸੁਖਾਸਨ ਹੋਣਗੇ ਭਾਈ। ਦੇਵੋ ਅਸੀਸ, ਬੁਲਾਓ ਫਤਿਹ ਸਾਹਿਬ ਆਖੋ ਵਾਹਿਗੁਰੂ।